ਮੇਰਾ ਨਾਮ ਮੀਨਾਕਸ਼ੀ ਹੈ। ਮੇਰੀ ਕਹਾਣੀ ਦੁੱਖਾਂ ਨਾਲ ਭਰੀ ਹੋਈ ਹੈ। ਰੱਬ ਨਾ ਕਰੇ ਕਿਸੇ ਨਾਲ ਵੀ ਅਜਿਹਾ ਹੋਵੇ ਜਿਵੇਂ ਮੇਰੇ ਨਾਲ ਹੋਇਆ ਹੈ। ਮੈਂ ਇੱਕ 40 ਸਾਲਾਂ ਦੀ ਔਰਤ ਹਾਂ। ਮੇਰਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਸੀ। ਵਿਆਹ ਦੇ 8 ਸਾਲ ਬਾਅਦ ਹੀ ਮੇਰਾ ਪਤੀ ਮੈਨੂੰ ਛੱਡ ਕੇ ਇਸ ਦੁਨੀਆ ਤੋਂ ਚਲਾ ਗਿਆ। ਮੇਰਾ ਇੱਕ ਬੇਟਾ ਵੀ ਹੈ ਜਿਸ ਦਾ ਨਾਮ ਸਚਿਨ ਹੈ। ਜਦੋਂ ਮੈਂ ਵਿਆਹ ਕਰਵਾ ਕੇ ਆਪਣੇ ਸਹੁਰੇ ਘਰ ਆਈ ਤਾਂ ਮੇਰੇ ਸਹੁਰੇ ਘਰ ਮੇਰੇ ਪਤੀ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਪਰ ਉਦੋਂ ਮੇਰੇ ਪਤੀ ਨੇ ਵੀ ਮੈਨੂੰ ਇਕੱਲਾ ਛੱਡ ਦਿੱਤਾ। ਮੈਂ ਆਪਣੇ ਇਸ ਬੱਚੇ ਦੇ ਸਹਾਰੇ ਹੀ ਗੁਜ਼ਾਰਾ ਕਰ ਰਹੀ ਸੀ। ਸਚਿਨ ਮੇਰਾ ਇਕਲੌਤਾ ਪੁੱਤਰ ਸੀ। ਮੈਂ ਆਪਣੇ ਬੇਟੇ ਨੂੰ ਬਹੁਤ ਪਿਆਰ ਕਰਦੀ ਸੀ। ਕੁਝ ਹੀ ਸਮੇਂ ਵਿੱਚ ਮੇਰਾ ਪੁੱਤਰ ਜਵਾਨ ਹੋ ਗਿਆ ਅਤੇ ਵਿਆਹ ਦੀ ਉਮਰ ਵਿੱਚ ਪਹੁੰਚ ਗਿਆ। ਮੈਂ ਹੁਣ ਉਸ ਦਾ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ। ਵੈਸੇ ਵੀ ਮੈਂ ਇਕੱਲੀ ਸੀ, ਸਾਰੇ ਘਰ ਦਾ ਬੋਝ ਮੇਰੇ ਉੱਤੇ ਸੀ। ਮੈਂ ਆਪਣੇ ਬੇਟੇ ਨੂੰ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਤੇਰਾ ਹੁਣ ਵਿਆਹ ਹੋ ਜਾਵੇ। ਮੇਰੇ ਪੁੱਤਰ ਦੀ ਇੱਛਾ ਵੀ ਬੜੀ ਅਜੀਬ ਸੀ। ਉਹ ਇੱਕ ਗੂੰਗੀ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ, ਪਰ ਇਹ ਅਸੰਭਵ ਸੀ। ਮੇਰਾ ਬੇਟਾ ਬਹੁਤ ਸੋਹਣਾ, ਮਿਹਨਤੀ ਅਤੇ ਸਧਾਰਨ ਸੁਭਾਅ ਦਾ ਮੁੰਡਾ ਸੀ। ਮੈਂ ਹੁਣ ਆਪਣੇ ਪੁੱਤਰ ਦੀ ਜਿੱਦ ਤੋਂ ਤੰਗ ਆ ਗਈ ਸੀ। ਜਦੋਂ ਵੀ ਮੈਂ ਉਸ ਨੂੰ ਕਿਹਾ ਕਿ ਮੈਂ ਉਸ ਦੇ ਵਿਆਹ ਲਈ ਇੱਕ ਬਹੁਤ ਸੁੰਦਰ ਕੁੜੀ ਲੱਭ ਰਹੀ ਹਾਂ ਤਾਂ ਮੇਰਾ ਬੇਟਾ ਮੇਰੀ ਗੱਲ ਸੁਣਦਾ ਅਤੇ ਕਹਿੰਦਾ ਕਿ ਮੈਨੂੰ ਸੁੰਦਰ ਕੁੜੀ ਨਹੀਂ ਚਾਹੀਦੀ, ਮੈਨੂੰ ਇੱਕ ਗੂੰਗੀ ਕੁੜੀ ਚਾਹੀਦੀ ਹੈ। ਮੈਂ ਸਿਰਫ ਇੱਕ ਗੂੰਗੀ ਕੁੜੀ ਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਹਾਂ। ਮੈਂ ਸੋਚਿਆ ਸ਼ਾਇਦ ਮੇਰਾ ਬੇਟਾ ਮੇਰੇ ਨਾਲ ਮਜ਼ਾਕ ਕਰ ਰਿਹਾ ਹੈ, ਇਸ ਲਈ ਮੈਂ ਉਸ ਦੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ। ਮੈਨੂੰ ਇੱਕ ਕੁੜੀ ਪਸੰਦ ਸੀ, ਪਰ ਜਦੋਂ ਮੈਂ ਉਸ ਨੂੰ ਉਸ ਕੁੜੀ ਦੀ ਤਸਵੀਰ ਦਿਖਾਈ ਤਾਂ ਉਹ ਕਹਿਣ ਲੱਗਾ, ਮਾਂ, ਇਹ ਕੁੜੀ ਗੂੰਗੀ ਹੈ। ਮੈਂ ਉਸ ਦੀ ਇਹ ਗੱਲ ਸੁਣ ਕੇ ਬਹੁਤ ਹੱਸੀ ਅਤੇ ਕਿਹਾ, ਨਹੀਂ ਬੇਟਾ, ਇਹ ਕੁੜੀ ਬਹੁਤ ਪਿਆਰੀ ਹੈ, ਇਸ ਦੀ ਆਵਾਜ਼ ਬਿਲਕੁਲ ਕੋਇਲ ਵਰਗੀ ਹੈ। ਤਾਂ ਮੇਰਾ ਪੁੱਤਰ ਅਚਾਨਕ ਗੁੱਸੇ ਵਿੱਚ ਆ ਗਿਆ ਅਤੇ ਗੁੱਸੇ ਵਿੱਚ ਬੋਲਿਆ, ਮਾਂ, ਮੇਰਾ ਅਤੇ ਆਪਣਾ ਸਮਾਂ ਬਰਬਾਦ ਨਾ ਕਰੋ। ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਸਿਰਫ ਇੱਕ ਗੂੰਗੀ ਕੁੜੀ ਨਾਲ ਵਿਆਹ ਕਰਨਾ ਹੈ ਤਾਂ ਤੁਸੀਂ ਮੇਰੀ ਗੱਲ ਕਿਉਂ ਨਹੀਂ ਮੰਨਦੇ? ਹੁਣ ਮੈਂ ਹੈਰਾਨ ਰਹਿ ਗਈ ਕਿ ਇਹ ਸੱਚ ਹੈ ਕਿ ਮੇਰਾ ਪੁੱਤਰ ਕੀ ਕਹਿ ਰਿਹਾ ਹੈ। ਮੇਰੇ ਪੁੱਤਰ ਦੀ ਇੱਛਾ ਸੀ ਕਿ ਮੈਂ ਉਸ ਦਾ ਵਿਆਹ ਕਿਸੇ ਗੂੰਗੀ ਕੁੜੀ ਨਾਲ ਕਰਵਾ ਦੇਵਾਂ। ਮੈਂ ਸਚਿਨ ਨੂੰ ਕਿਹਾ, ਸਚਿਨ, ਇਹ ਕੀ ਗੱਲ ਹੈ ਕਿ ਤੈਨੂੰ ਗੂੰਗੀ ਪਤਨੀ ਚਾਹੀਦੀ ਹੈ? ਉਹ ਕਹਿਣ ਲੱਗਾ, ਮਾਂ, ਮੈਂ ਵਿਆਹ ਬਿਲਕੁਲ ਨਹੀਂ ਕਰਨਾ ਚਾਹੁੰਦਾ। ਮੈਨੂੰ ਔਰਤਾਂ ਦੀਆਂ ਜ਼ੁਬਾਨਾਂ ਬਾਰੇ ਸਭ ਕੁਝ ਪਤਾ ਹੈ। ਇੱਕ ਵਾਰ ਜਦੋਂ ਉਹ ਬੋਲਣਾ ਸ਼ੁਰੂ ਕਰ ਦਿੰਦੀਆਂ ਹਨ ਤਾਂ ਕੋਈ ਵੀ ਉਹਨਾਂ ਨੂੰ ਚੁੱਪ ਨਹੀਂ ਕਰਾ ਸਕਦਾ। ਮੈਂ ਆਪਣੀ ਜ਼ਿੰਦਗੀ ਦੀ ਸ਼ਾਂਤੀ ਨੂੰ ਬਰਬਾਦ ਨਹੀਂ ਕਰਨਾ ਚਾਹੁੰਦਾ। ਸਭ ਤੋਂ ਪਹਿਲਾਂ ਮੈਂ ਵਿਆਹ ਨਹੀਂ ਕਰਨਾ ਚਾਹੁੰਦਾ। ਫਿਰ ਵੀ ਮੈਂ ਤੁਹਾਡੀ ਖੁਸ਼ੀ ਲਈ ਵਿਆਹ ਕਰਨ ਲਈ ਤਿਆਰ ਹਾਂ, ਪਰ ਮੈਨੂੰ ਇੱਕ ਗੂੰਗੀ ਪਤਨੀ ਚਾਹੀਦੀ ਹੈ। ਮੈਂ ਇੱਕ ਅਜੀਬ ਦੁਬਿਧਾ ਵਿੱਚ ਸੀ ਕਿਉਂਕਿ ਮੈਂ ਸਚਿਨ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਉਹ ਸ਼ੁਰੂ ਤੋਂ ਹੀ ਬਹੁਤ ਚੰਗੇ ਅਤੇ ਸਾਦੇ ਸੁਭਾਅ ਦਾ ਮੁੰਡਾ ਸੀ। ਉਹ ਹਮੇਸ਼ਾ ਆਪਣੇ ਕਾਰੋਬਾਰ ਨੂੰ ਧਿਆਨ ਵਿੱਚ ਰੱਖਦਾ ਸੀ। ਉਸਨੇ ਕਦੇ ਵੀ ਕੋਈ ਮਜ਼ਾਕ ਨਹੀਂ ਕੀਤਾ। ਇਸੇ ਲਈ ਹੁਣ ਮੈਨੂੰ ਯਕੀਨ ਹੋ ਗਿਆ ਸੀ ਕਿ ਉਹ ਮਜ਼ਾਕ ਨਹੀਂ ਕਰ ਰਿਹਾ ਸੀ। ਉਸਨੇ ਜੋ ਵੀ ਕਿਹਾ ਉਹ ਪੱਥਰ ਤੇ ਲਕੀਰ ਸੀ। ਮੈਂ ਕਿਹਾ, ਸਚਿਨ ਪੁੱਤਰ, ਜੇ ਤੁਸੀਂ ਕਹੋ ਤਾਂ ਮੈਂ ਤੁਹਾਡੇ ਲਈ ਘੱਟ ਬੋਲਣ ਵਾਲੀ ਕੁੜੀ ਲੱਭ ਲਵਾਂਗੀ। ਕਹਿਣ ਲੱਗਾ, ਮਾਂ, ਗੂੰਗੀ ਕੁੜੀ ਨਾਲ ਵਿਆਹ ਕਰਨ ਵਿੱਚ ਕੀ ਹਰਜ ਹੈ? ਕੀ ਗੂੰਗੀ ਕੁੜੀ ਇਨਸਾਨ ਨਹੀਂ ਹੁੰਦੀ? ਮੈਂ ਕਿਹਾ, ਬੇਟਾ, ਅਜਿਹਾ ਨਹੀਂ ਹੈ, ਪਰ ਤੁਸੀਂ ਜਾਣਦੇ ਹੋ ਕਿ ਜੇਕਰ ਮੈਂ ਤੁਹਾਡੇ ਲਈ ਕੋਈ ਗੂੰਗੀ ਕੁੜੀ ਲੱਭ ਲਈ ਤਾਂ ਲੋਕ ਸਾਡਾ ਦੋਵਾਂ ਦਾ ਮਜ਼ਾਕ ਉਡਾਉਣਗੇ। ਉਹ ਕਹਿਣਗੇ ਕਿ ਪਤਾ ਨਹੀਂ ਮੁੰਡੇ ਵਿੱਚ ਕੀ ਕਮੀ ਸੀ ਕਿ ਮੈਂ ਤੁਹਾਡੇ ਲਈ ਇੱਕ ਗੂੰਗੀ ਕੁੜੀ ਲੱਭ ਲਈ। ਉਹ ਬੋਲਿਆ, ਮਾਂ, ਮੈਂ ਅੱਜ ਤੱਕ ਕਦੇ ਲੋਕਾਂ ਦੀ ਪਰਵਾਹ ਨਹੀਂ ਕੀਤੀ। ਮੈਨੂੰ ਕੋਈ ਪਰਵਾਹ ਨਹੀਂ ਕਿ ਲੋਕ ਕੀ ਕਹਿੰਦੇ ਹਨ। ਜੇ ਮੈਂ ਵਿਆਹ ਕਰਾਂਗਾ ਤਾਂ ਮੈਂ ਇੱਕ ਗੂੰਗੀ ਕੁੜੀ ਨਾਲ ਹੀ ਵਿਆਹ ਕਰਾਂਗਾ। ਹੁਣ ਮੈਂ ਸਚਿਨ ਦੀ ਜਿੱਦ ਦੇ ਸਾਹਮਣੇ ਹਾਰ ਮੰਨ ਲਈ ਸੀ, ਪਰ ਹੁਣ ਅਸਲ ਮੁੱਦਾ ਇਹ ਸੀ, ਮੈਂ ਇਸ ਲਈ ਗੂੰਗੀ ਕੁੜੀ ਕਿੱਥੋਂ ਲਿਆਵਾਂਗੀ? ਮੈਂ ਸਚਿਨ ਦਾ ਫੈਸਲਾ ਮੰਨ ਲਿਆ ਸੀ, ਪਰ ਹੁਣ ਮੈਨੂੰ ਚਿੰਤਾ ਸੀ ਕਿ ਮੈਂ ਕੀ ਕਰਾਂ ਤੇ ਗੂੰਗੀ ਕੁੜੀ ਕਿੱਥੋਂ ਲਵਾਂ। ਮੈਂ ਚਾਹੁੰਦੀ ਸੀ ਕਿ ਮੇਰੀ ਨੂੰਹ ਜਲਦੀ ਤੋਂ ਜਲਦੀ ਮੇਰੇ ਘਰ ਆਵੇ, ਕਿਉਂਕਿ ਮੇਰਾ ਇਹ ਹੀ ਪੁੱਤਰ ਸੀ। ਮੈਂ ਮੇਰੇ ਸਾਹਮਣੇ ਉਸ ਦਾ ਘਰ ਬਸਾਉਣਾ ਚਾਹੁੰਦੀ ਸੀ, ਕਿਉਂਕਿ ਹੁਣ ਮੈਂ ਬਿਮਾਰ ਮਹਿਸੂਸ ਕਰ ਰਹੀ ਸੀ। ਮੈਂ ਘਰ ਦਾ ਕੰਮ ਵੀ ਨਹੀਂ ਕਰ ਸਕਦੀ ਸੀ। ਮੇਰੇ ਵਿਆਹ ਤੋਂ 1 ਸਾਲ ਬਾਅਦ ਹੀ ਸਚਿਨ ਦਾ ਜਨਮ ਹੋਇਆ ਸੀ। ਸਚਿਨ 7 ਸਾਲ ਦਾ ਸੀ ਜਦੋਂ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ। ਮੈਂ ਵੀ ਜਵਾਨ ਤੇ ਸੋਹਣੀ ਸੀ। ਲੋਕਾਂ ਨੇ ਮੈਨੂੰ ਕੁਝ ਹੋਰ ਕਰਨ ਦੀ ਸਲਾਹ ਦਿੱਤੀ ਕਿ ਮੈਂ ਦੁਬਾਰਾ ਵਿਆਹ ਕਰਕੇ ਸੈਟਲ ਹੋ ਜਾਵਾਂ, ਪਰ ਮੈਂ ਸਚਿਨ ਦੇ ਕਾਰਨ ਕਦੇ ਇਹ ਕਦਮ ਨਹੀਂ ਚੁੱਕਿਆ। ਵੈਸੇ ਤਾਂ ਹਰ ਕੋਈ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੈ ਅਤੇ ਮੈਂ ਵੀ ਆਪਣੇ ਬੇਟੇ ਨੂੰ ਬਹੁਤ ਪਿਆਰ ਕਰਦੀ ਸੀ, ਪਰ ਮੈਨੂੰ ਸਚਿਨ ਨਾਲ ਇੰਨਾ ਪਿਆਰ ਸੀ ਕਿ ਮੈਂ ਉਸ ਲਈ ਆਪਣੀਆਂ ਖੁਸ਼ੀਆਂ ਵੀ ਕੁਰਬਾਨ ਕਰ ਦਿੱਤੀਆਂ। ਮੈਂ ਸੋਚਿਆ ਕਿ ਪਤਾ ਨਹੀਂ ਮੇਰਾ ਦੂਜਾ ਪਤੀ ਕਦੇ ਮੇਰੇ ਪੁੱਤਰ ਨੂੰ ਆਪਣਾ ਸਮਝੇਗਾ ਜਾਂ ਨਹੀਂ।
ਜੇ ਉਹ ਮੇਰੇ ਪੁੱਤਰ ਨੂੰ ਨਹੀਂ ਸਮਝਦਾ ਤਾਂ ਮੈਂ ਕੀ ਕਰਾਂਗੀ। ਇਸ ਲਈ ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਕਦੇ ਦੁਬਾਰਾ ਵਿਆਹ ਕਰਾਂਗੀ ਅਤੇ ਮੈਂ ਉਸ ਨੂੰ ਇਸ ਭੀੜ ਭੜੱਕੇ ਵਾਲੀ ਦੁਨੀਆ ਵਿੱਚ ਇਕੱਲਿਆਂ ਹੀ ਪਾਲਾਂਗੀ। ਮੈਂ ਆਪਣੇ ਘਰ ਦਾ ਮਾਹੌਲ ਬਹੁਤ ਦੋਸਤਾਨਾ ਰੱਖਿਆ ਸੀ। ਮੈਂ ਚਾਹੁੰਦੀ ਸੀ ਕਿ ਸਚਿਨ ਅਤੇ ਮੈਂ ਦੋਸਤ ਬਣ ਕੇ ਇਕੱਠੇ ਰਹੀਏ। ਸਾਨੂੰ ਇੱਕ ਦੂਜੇ ਨਾਲ ਹਰ ਗੱਲ ਸਾਂਝੀ ਕਰਨੀ ਚਾਹੀਦੀ ਹੈ, ਪਰ ਮੈਂ ਅਜਿਹਾ ਕਰਨ ਵਿੱਚ ਅਸਫਲ ਰਹੀ। ਪਤਾ ਨਹੀਂ ਕਿਉਂ ਸਚਿਨ ਗੁਆਚਿਆ ਰਹਿੰਦਾ ਸੀ। ਪਹਿਲਾਂ ਤਾਂ ਮੈਨੂੰ ਲੱਗਦਾ ਸੀ ਕਿ ਉਹ ਬੱਚਾ ਹੈ, ਆਪਣੇ ਪਿਤਾ ਦੀ ਅਣਹੋਂਦ ਮਹਿਸੂਸ ਕਰ ਰਿਹਾ ਹੈ। ਜਦੋਂ ਉਹ ਵੱਡਾ ਹੋਵੇਗਾ ਇਹ ਆਪਣੇ ਆਪ ਠੀਕ ਹੋ ਜਾਵੇਗਾ, ਪਰ ਇੱਥੇ ਵੀ ਮੈਂ ਅਸਫਲ ਸਾਬਤ ਹੋਈ। ਸਚਿਨ ਸੁਧਰਨ ਦੀ ਬਜਾਏ ਆਪਣੇ ਆਪ ਨੂੰ ਹੋਰ ਵੀ ਗਵਾਉਣ ਲੱਗਾ, ਪਰ ਉਸ ਦੀ ਹਾਲਤ ਦੇਖ ਕੇ ਮੈਂ ਸੋਚਣ ਲੱਗੀ ਕਿ ਜੇ ਮੈਂ ਉਸ ਦਾ ਵਿਆਹ ਕਿਸੇ ਅਜਿਹੀ ਕੁੜੀ ਨਾਲ ਕਰ ਦਿਆਂ ਜੋ ਕਿ ਬਹੁਤ ਹੀ ਹਸਮੁਖ ਹੋਵੇ ਤਾਂ ਸਾਡਾ ਦੋਵੇਂ ਸੱਸ ਤੇ ਨੂੰਹ ਦਾ ਚੰਗਾ ਸਮਾਂ ਬਤੀਤ ਹੋਵੇਗਾ। ਪਰ ਸਚਿਨ ਨੇ ਮੇਰੀ ਇੱਜ਼ਤ ਵੀ ਖਰਾਬ ਕਰ ਦਿੱਤੀ ਸੀ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਮੈਂ ਸਚਿਨ ਦੀ ਇੱਛਾ ਦਾ ਪਾਲਣ ਕੀਤਾ, ਸਿਰ ਝੁਕਾਇਆ। ਹੁਣ ਮੈਂ ਸਚਿਨ ਲਈ ਗੂੰਗੀ ਕੁੜੀ ਲੱਭਣ ਲੱਗੀ, ਪਰ ਮੈਨੂੰ ਨਹੀਂ ਸੀ ਪਤਾ ਕਿ ਗੂੰਗੀ ਕੁੜੀ ਲੱਭਣੀ ਇੰਨੀ ਔਖੀ ਹੋਵੇਗੀ। ਮੈਂ ਆਲੇ ਦੁਆਲੇ ਦੇ ਕਈ ਲੋਕਾਂ ਨੂੰ ਕਿਹਾ ਸੀ ਕਿ ਮੈਂ ਇੱਕ ਗੂੰਗੀ ਕੁੜੀ ਨਾਲ ਆਪਣੇ ਬੇਟੇ ਦਾ ਰਿਸ਼ਤਾ ਕਰਨਾ ਚਾਹੁੰਦੀ ਹਾਂ, ਪਰ ਮੇਰੀ ਸਮੱਸਿਆ ਇਹ ਸੀ ਕਿ ਮੇਰੀ ਗੱਲ ਨੂੰ ਕੋਈ ਵੀ ਗੰਭੀਰਤਾ ਨਾਲ ਨਹੀਂ ਲੈ ਰਿਹਾ ਸੀ। ਮੈਂ ਇਹ ਗੱਲ ਕਿਸੇ ਨੂੰ ਵੀ ਦੱਸਦੀ ਕਿ ਇੱਕ ਗੂੰਗੀ ਕੁੜੀ, ਉਹ ਕਹਿਣ ਲੱਗਦਾ, ਗੂੰਗੀ ਕੁੜੀ ਨੂੰ ਛੱਡ ਕੇ ਇਹ ਤਸਵੀਰ ਦੇਖੋ, ਇਹ ਕੁੜੀ MA ਪਾਸ ਹੈ। ਹਰ ਕੋਈ ਕਹੇਗਾ ਆਪਣੇ ਮੁੰਡੇ ਦਾ ਵਿਆਹ ਇਸ ਕੁੜੀ ਨਾਲ ਕਰ ਦਿਓ। ਇਹ 4 ਭਰਾਵਾਂ ਦੀ ਇਕਲੌਤੀ ਭੈਣ ਹੈ, ਬਹੁਤ ਅਮੀਰ ਹੈ, ਬਹੁਤ ਦਾਜ ਲਿਆਏਗੀ। ਹੁਣ ਮੈਨੂੰ ਚਿੰਤਾ ਹੋਣ ਲੱਗੀ। ਮੇਰੇ ਵੱਸ ਵਿੱਚ ਕੁਝ ਵੀ ਨਹੀਂ ਸੀ। ਮੈਂ ਬੜੀ ਮੁਸ਼ਕਲ ਨਾਲ ਘਰ ਦਾ ਕੰਮ ਪੂਰਾ ਕੀਤਾ ਅਤੇ ਫਿਰ ਕੁਝ ਦੇਰ ਲਈ ਆਪਣੇ ਗੁਆਂਢ ਵਿੱਚ ਇੱਕ ਦੋਸਤ ਦੇ ਘਰ ਜਾ ਕੇ ਬੈਠ ਗਈ। ਕੁਝ ਹੀ ਦੇਰ ਵਿੱਚ ਇੱਕ ਭੀਖ ਮੰਗਦੀ ਔਰਤ ਉਸ ਦੇ ਦਰਵਾਜ਼ੇ ਤੇ ਆਈ। ਇਹ ਔਰਤ ਕਈ ਸਾਲਾਂ ਤੋਂ ਸਾਡੇ ਇਲਾਕੇ ਵਿੱਚ ਭੀਖ ਮੰਗਣ ਆਉਂਦੀ ਸੀ, ਇਸ ਲਈ ਉਹ ਮੇਰੇ ਘਰ ਵੀ ਆਉਂਦੀ ਸੀ ਅਤੇ ਕੁਝ ਦੇਰ ਬਾਅਦ ਉਸ ਦੇ ਘਰ ਆਈ ਅਤੇ ਖਾਣਾ ਮੰਗਣ ਲੱਗੀ। ਉਸਨੇ ਮੇਰੇ ਵੱਲ ਦੇਖਿਆ ਅਤੇ ਕਿਹਾ, ਕੀ ਹੋਇਆ ਦੀਦੀ, ਤੁਸੀਂ ਬਹੁਤ ਵੱਡੀ ਮੁਸੀਬਤ ਵਿੱਚ ਲੱਗ ਰਹੇ ਹੋ। ਵੈਸੇ ਵੀ ਮੈਨੂੰ ਕਿਸੇ ਅਜਿਹੇ ਵਿਅਕਤੀ ਦੀ ਲੋੜ ਸੀ ਜੋ ਮੇਰਾ ਦੁੱਖ ਸੁਣੇ ਅਤੇ ਸਮਝੇ। ਮੈਂ ਉਸ ਨੂੰ ਕਿਹਾ, ਮੈਂ ਤੈਨੂੰ ਕੀ ਦੱਸਾਂ, ਮੈਨੂੰ ਆਪਣੇ ਬੇਟੇ ਦੀ ਬਹੁਤ ਚਿੰਤਾ ਹੈ। ਮੈਂ ਆਪਣੇ ਬੇਟੇ ਦਾ ਵਿਆਹ ਕਰਨਾ ਚਾਹੁੰਦੀ ਹਾਂ। ਹੁਣ ਮੇਰੇ ਉੱਤੇ ਬੁਢਾਪਾ ਆਉਣਾ ਸ਼ੁਰੂ ਹੋ ਗਿਆ ਹੈ, ਇਸ ਲਈ ਮੈਂ ਕੋਈ ਕੰਮ ਨਹੀਂ ਕਰ ਸਕਦੀ ਅਤੇ ਸਾਰਾ ਦਿਨ ਘਰ ਵਿੱਚ ਇਕੱਲੇ ਰਹਿ ਕੇ ਵੀ ਮੈਂ ਬੋਰ ਹੋ ਜਾਂਦੀ ਹਾਂ। ਪਰ ਮੇਰਾ ਬੇਟਾ ਅੜੀ ਕਰੀ ਬੈਠਾ ਹੈ ਕਿ ਜੇ ਉਹ ਵਿਆਹ ਕਰੇਗਾ ਤਾਂ ਕਿਸੇ ਗੂੰਗੀ ਕੁੜੀ ਨਾਲ ਹੀ ਵਿਆਹ ਕਰੇਗਾ। ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਉਹਦੇ ਲਈ ਇੱਕ ਗੂੰਗੀ ਕੁੜੀ ਕਿੱਥੋਂ ਲੱਭਾਂ। ਮੈਂ ਕਈਆਂ ਤੋਂ ਆਪਣੇ ਬੇਟੇ ਲਈ ਰਿਸ਼ਤਾ ਮੰਗਿਆ, ਉਹਨਾਂ ਨੂੰ ਵੀ ਸਮਝ ਨਹੀਂ ਆਈ ਕਿ ਮੈਂ ਕੀ ਕਹਿ ਰਹੀ ਹਾਂ। ਔਰਤ ਕਹਿਣ ਲੱਗੀ, ਭੈਣ ਜੀ, ਕੀ ਮੈਂ ਤੁਹਾਨੂੰ ਕੁਝ ਦੱਸ ਸਕਦੀ ਹਾਂ? ਮੈਂ ਕਿਹਾ, ਹਾਂ। ਉਸਨੇ ਕਿਹਾ, ਭੈਣ ਜੀ, ਮੈਨੂੰ ਨਹੀਂ ਪਤਾ ਕਿ ਇਹ ਸਹੀ ਹੈ ਜਾਂ ਨਹੀਂ। ਮੈਂ ਤੁਹਾਡੀ ਸਮੱਸਿਆ ਨੂੰ ਦੇਖਦੇ ਹੋਏ ਇਹ ਕਹਿ ਰਹੀ ਹਾਂ, ਜੇ ਤੁਹਾਨੂੰ ਮੇਰੇ ਸ਼ਬਦ ਗਲਤ ਲੱਗੇ ਤਾਂ ਕਿਰਪਾ ਕਰਕੇ ਮੈਨੂੰ ਅਣਜਾਣ ਸਮਝ ਕੇ ਮਾਫ਼ ਕਰ ਦੇਣਾ। ਮੈਂ ਕਿਹਾ, ਕੀ ਹੋਇਆ, ਤੁਸੀਂ ਸਿੱਧਾ ਦੱਸੋ, ਕੀ ਕਹਿਣਾ ਚਾਹੁੰਦੇ ਹੋ? ਉਸਨੇ ਕਿਹਾ, ਭੈਣ, ਮੇਰੀ ਇੱਕ ਧੀ ਹੈ ਅਤੇ ਉਹ ਗੂੰਗੀ ਵੀ ਹੈ ਅਤੇ ਛੋਟੀ ਉਮਰ ਦੀ ਵੀ ਹੈ। ਜੇ ਤੁਸੀਂ ਉਸ ਨਾਲ ਵਿਆਹ ਕਰਨਾ ਚਾਹੁੰਦੇ ਹੋ ਤਾਂ ਮੈਂ ਖੁਸ਼ੀ ਨਾਲ ਤੁਹਾਨੂੰ ਆਪਣੀ ਧੀ ਦਾ ਹੱਥ ਦੇ ਦਿਆਂਗੀ। ਮੈਂ ਉਸ ਔਰਤ ਦੀ ਗੱਲ ਸੁਣ ਕੇ ਡੂੰਘੀ ਸੋਚ ਵਿੱਚ ਡੁੱਬ ਗਈ। ਮੇਰੇ ਚਿਹਰੇ ਵੱਲ ਦੇਖ ਕੇ ਉਸਨੇ ਮੇਰੇ ਸਾਹਮਣੇ ਹੱਥ ਜੋੜ ਕੇ ਕਿਹਾ, ਮੈਨੂੰ ਮਾਫ਼ ਕਰ ਦਿਓ। ਇਹ ਕਹਿ ਕੇ ਉਹ ਮੇਰੀ ਗੱਲ ਸੁਣੇ ਬਿਨਾਂ ਉੱਥੋਂ ਚਲੀ ਗਈ। ਪਰ ਮੈਂ ਸਾਰਾ ਦਿਨ ਉਸ ਭੀਖ ਮੰਗਣ ਵਾਲੀ ਔਰਤ ਬਾਰੇ ਸੋਚਦੀ ਰਹੀ। ਮੈਂ ਕੋਈ ਫੈਸਲਾ ਲੈਣ ਦੇ ਯੋਗ ਨਹੀਂ ਸੀ, ਇਸ ਲਈ ਮੈਂ ਸੋਚਿਆ ਕਿ ਮੈਂ ਪੂਰੀ ਗੱਲ ਸਚਿਨ ਦੇ ਸਾਹਮਣੇ ਰੱਖਾਂਗੀ। ਮੈਂ ਉਹੀ ਕਰਾਂਗੀ ਜੋ ਉਹ ਕਹੇਗਾ। ਸ਼ਾਮ ਨੂੰ ਜਦੋਂ ਸਚਿਨ ਕੰਮ ਤੋਂ ਵਾਪਸ ਆਇਆ ਤਾਂ ਮੈਂ ਕਿਹਾ, ਸਚਿਨ, ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੀ ਸੀ। ਉਸਨੇ ਕਿਹਾ, ਮਾਂ, ਮੈਨੂੰ ਦੱਸੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਕਿਹਾ, ਤੁਹਾਨੂੰ ਇੱਕ ਗੂੰਗੀ ਕੁੜੀ ਚਾਹੀਦੀ ਹੈ, ਪਰ ਮੈਨੂੰ ਦੱਸੋ ਕਿ ਉਹ ਅਮੀਰ ਹੋਵੇ ਜਾਂ ਗਰੀਬ, ਪੜ੍ਹੀ ਲਿਖੀ ਹੋਵੇ ਜਾਂ ਅਨਪੜ੍ਹ। ਮੇਰੀ ਗੱਲ ਸੁਣ ਕੇ ਸਚਿਨ ਦੇ ਚਿਹਰੇ ਤੇ ਮੁਸਕਰਾਹਟ ਆ ਗਈ। ਉਹ ਕਹਿਣ ਲੱਗਾ, ਮਾਂ, ਮੈਨੂੰ ਇੱਕ ਗੂੰਗੀ ਕੁੜੀ ਚਾਹੀਦੀ ਹੈ। ਇਹ ਮੇਰੀ ਇੱਕੋ ਇੱਕ ਮੰਗ ਹੈ ਅਤੇ ਹਾਂ, ਜੇਕਰ ਉਹ ਇੱਕ ਗਰੀਬ ਪਰਿਵਾਰ ਤੋਂ ਆਉਂਦੀ ਹੈ ਤਾਂ ਮੇਰੇ ਲਈ ਇਸ ਤੋਂ ਵੱਧ ਹੋਰ ਕੁਝ ਨਹੀਂ ਹੋਵੇਗਾ। ਮੈਂ ਕਿਹਾ, ਸਚਿਨ, ਉਹ ਭੀਖ ਮੰਗਣ ਵਾਲੀ ਔਰਤ ਜੋ ਸਾਡੇ ਇਲਾਕੇ ਵਿੱਚ ਆਉਂਦੀ ਹੈ, ਅੱਜ ਮੈਂ ਉਸ ਨੂੰ ਕਿਹਾ ਕਿ ਮੈਂ ਆਪਣੇ ਲੜਕੇ ਲਈ ਲੜਕੀ ਲੱਭ ਰਹੀ ਹਾਂ ਤਾਂ ਉਸ ਨੇ ਮੈਨੂੰ ਆਪਣੀ ਲੜਕੀ ਦਾ ਵਿਆਹ ਕਰਵਾਉਣ ਲਈ ਕਿਹਾ। ਜਦੋਂ ਮੈਂ ਉਸ ਨੂੰ ਕੋਈ ਜਵਾਬ ਨਾ ਦਿੱਤਾ ਤਾਂ
ਉਹ ਨਿਰਾਸ਼ ਹੋ ਕੇ ਵਾਪਸ ਚਲੀ ਗਈ। ਦਰਅਸਲ ਮੈਂ ਇਹ ਸੋਚ ਕੇ ਪਰੇਸ਼ਾਨ ਸੀ ਕਿ ਮੈਂ ਆਪਣੇ ਇਕਲੌਤੇ ਪੁੱਤਰ ਦਾ ਵਿਆਹ ਇੱਕ ਭਿਖਾਰੀ ਦੀ ਧੀ ਨਾਲ ਕਿਵੇਂ ਕਰਾਂ। ਪਰ ਫਿਰ ਮੈਂ ਸੋਚਿਆ ਕਿ ਮੈਂ ਤੁਹਾਨੂੰ ਇੱਕ ਵਾਰ ਪੁੱਛ ਲਵਾਂ, ਜੇਕਰ ਤੁਹਾਨੂੰ ਕੋਈ ਇਤਰਾਜ਼ ਨਹੀਂ ਤਾਂ ਮੈਂ ਉਸ ਦੀ ਧੀ ਨੂੰ ਆਪਣੀ ਨੂੰਹ ਬਣਾ ਲਵਾਂਗੀ। ਮੇਰੀ ਗੱਲ ਸੁਣ ਕੇ ਸਚਿਨ ਨੇ ਤੁਰੰਤ ਕਿਹਾ, ਮਾਂ ਤੁਹਾਨੂੰ ਉਸੇ ਸਮੇਂ ਉਸ ਦੇ ਨਾਲ ਜਾਣਾ ਚਾਹੀਦਾ ਸੀ ਅਤੇ ਉਸ ਕੁੜੀ ਨਾਲ ਰਿਸ਼ਤਾ ਪੱਕਾ ਕਰਨਾ ਚਾਹੀਦਾ ਸੀ। ਹੁਣ ਮੈਨੂੰ ਕੁਝ ਦਿਨ ਹੋਰ ਇੰਤਜ਼ਾਰ ਕਰਨਾ ਪਵੇਗਾ। ਮਾਂ ਜਿਵੇਂ ਹੀ ਕੱਲ ਉਹ ਆਏ ਤਾਂ ਤੁਸੀਂ ਤੁਰੰਤ ਉਸ ਦੇ ਨਾਲ ਕੁੜੀ ਨੂੰ ਦੇਖਣ ਲਈ ਚਲੇ ਜਾਓ। ਮੈਂ ਕਿਹਾ, ਸਚਿਨ ਪੁੱਤਰ ਤੈਨੂੰ ਇਹ ਫੈਸਲਾ ਬਹੁਤ ਸੋਚ ਸਮਝ ਕੇ ਲੈਣਾ ਚਾਹੀਦਾ ਹੈ। ਬਾਅਦ ਵਿੱਚ ਮੈਨੂੰ ਸ਼ਿਕਾਇਤ ਕਰਦੇ ਰਹੋ ਕਿ ਤੁਸੀਂ ਮੇਰੇ ਲਈ ਕਿਹੋ ਜਿਹੀ ਕੁੜੀ ਪਸੰਦ ਕੀਤੀ ਹੈ। ਪੁੱਤਰ ਉਹ ਇੱਕ ਭਿਖਾਰੀ ਔਰਤ ਦੀ ਧੀ ਹੈ। ਮੈਨੂੰ ਜਾਪਦਾ ਹੈ ਕਿ ਸ਼ਾਇਦ ਉਸ ਨੂੰ ਜ਼ਿਆਦਾ ਸਾਫ਼ ਸਫਾਈ ਬਾਰੇ ਵੀ ਨਹੀਂ ਪਤਾ ਹੋਵੇਗਾ। ਸਚਿਨ ਕਹਿਣ ਲੱਗਾ ਕਿ ਜੇਕਰ ਤੁਸੀਂ ਉਸ ਨੂੰ ਆਪਣੀ ਬੇਟੀ ਬਣਾ ਕੇ ਰੱਖੋਗੇ ਤਾਂ ਉਹ ਸਮੇਂ ਦੇ ਨਾਲ ਸਭ ਕੁਝ ਸਿੱਖ ਲਵੇਗੀ। ਮੈਂ ਸਿਰ ਹਿਲਾਇਆ। ਸਚਿਨ ਉੱਠ ਕੇ ਮੂੰਹ ਧੋਣ ਚਲਾ ਗਿਆ। ਮੈਂ ਸਚਿਨ ਬਾਰੇ ਸੋਚਣ ਲੱਗੀ ਕਿ ਪਤਾ ਨਹੀਂ ਉਸ ਨੂੰ ਕੀ ਹੋ ਗਿਆ ਹੈ ਕਿ ਉਹ ਇੱਕ ਭਿਖਾਰੀ ਦੀ ਧੀ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਿਆ। ਫਿਰ ਸਾਰਾ ਦਿਨ ਬੀਤ ਗਿਆ ਤੇ ਅਗਲਾ ਦਿਨ ਆ ਗਿਆ। ਮੈਨੂੰ ਅਹਿਸਾਸ ਹੋ ਗਿਆ ਸੀ ਕਿ ਸਚਿਨ ਦੀ ਬੇਚੈਨੀ ਵੀ ਸਮੇਂ ਦੇ ਨਾਲ ਵੱਧ ਰਹੀ ਸੀ। ਉਸ ਨੇ ਮੈਨੂੰ ਸਿਰਫ ਇਹੀ ਕਿਹਾ ਸੀ ਕਿ ਅੱਜ ਜਦੋਂ ਉਹ ਔਰਤ ਭੀਖ ਮੰਗਣ ਆਵੇ ਤਾਂ ਤੁਸੀਂ ਉਸ ਨੂੰ ਘਰ ਰੋਕ ਕੇ ਮੈਨੂੰ ਫੋਨ ਕਰੋ। ਜਿਹੜੇ ਗਰੀਬ ਹੁੰਦੇ ਹਨ ਉਹਨਾਂ ਨੂੰ ਵਿਆਹ ਦੀ ਕੋਈ ਤਿਆਰੀ ਨਹੀਂ ਕਰਨੀ ਪੈਂਦੀ, ਇਸ ਲਈ ਅਸੀਂ ਉਸ ਨੂੰ ਆਪਣੇ ਨਾਲ ਮੰਦਰ ਲੈ ਜਾਵਾਂਗੇ ਅਤੇ ਮੰਦਰ ਵਿੱਚ ਵਿਆਹ ਕਰਾਵਾਂਗੇ। ਮੈਂ ਇਸ ਤੇ ਵੀ ਸਿਰ ਹਿਲਾਇਆ, ਪਰ ਹੁਣ ਮੈਨੂੰ ਮਹਿਸੂਸ ਹੋਇਆ ਕਿ ਕੁਝ ਗਲਤ ਸੀ। ਪਹਿਲਾਂ ਤਾਂ ਮੇਰਾ ਬੇਟਾ ਵਿਆਹ ਲਈ ਰਾਜ਼ੀ ਨਹੀਂ ਸੀ ਅਤੇ ਹੁਣ ਉਹ ਇੰਨੀ ਕਾਹਲੀ ਵਿੱਚ ਸੀ ਕਿ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਅਜੇ ਤੱਕ ਕੁੜੀ ਨੂੰ ਦੇਖਿਆ ਵੀ ਨਹੀਂ ਸੀ ਅਤੇ ਹੁਣ ਉਸ ਨੇ ਅਜੀ ਕਾਹਲੀ ਮਚਾ ਦਿੱਤੀ ਸੀ ਕਿ ਮੈਨੂੰ ਖੁਦ ਵੀ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਹ ਕੀ ਹੋ ਰਿਹਾ ਹੈ। ਫਿਰ ਮੈਂ ਸਾਰਾ ਦਿਨ ਉਸ ਔਰਤ ਦੇ ਆਉਣ ਦੀ ਉਡੀਕ ਕੀਤੀ, ਪਰ ਅੱਜ ਉਹ ਨਹੀਂ ਆਈ। ਮੈਂ ਸਾਰਾ ਦਿਨ ਉਸ ਦੀ ਉਡੀਕ ਵਿੱਚ ਬਿਤਾਇਆ। ਰਾਤ ਨੂੰ ਜਦੋਂ ਸਚਿਨ ਦਫ਼ਤਰ ਤੋਂ ਵਾਪਸ ਆਇਆ ਤਾਂ ਉਸਨੇ ਮੈਨੂੰ ਪੁੱਛਿਆ, ਮਾਤਾ ਜੀ ਤੁਸੀਂ ਲੜਕੀ ਨੂੰ ਦੇਖ ਕੇ ਆਏ ਹੋ ਅਤੇ ਵਿਆਹ ਪੱਕਾ ਕਰ ਦਿੱਤਾ? ਮੈਂ ਕਿਹਾ, ਨਹੀਂ ਪੁੱਤਰ, ਉਹ ਔਰਤ ਅੱਜ ਨਹੀਂ ਆਈ। ਕੌਣ ਜਾਣਦਾ ਹੈ, ਸ਼ਾਇਦ ਉਸ ਦੀ ਸਿਹਤ ਵਿਗੜ ਗਈ ਹੋਵੇ। ਇਹ ਸੁਣ ਕੇ ਸਚਿਨ ਨੂੰ ਬਹੁਤ ਗੁੱਸਾ ਆਇਆ ਅਤੇ ਕਿਹਾ, ਠੀਕ ਹੈ, ਹੁਣ ਤੁਸੀਂ ਕੱਲ ਦਾ ਇੰਤਜ਼ਾਰ ਕਰੋਗੇ ਅਤੇ ਜਦੋਂ ਉਹ ਕੱਲ ਆਵੇ ਤਾਂ ਉਸ ਦੇ ਨਾਲ ਚਲੇ ਜਾਇਓ। ਇਹ ਕਹਿ ਕੇ ਸਚਿਨ ਸੌਂ ਗਿਆ। ਅਗਲੇ ਦਿਨ ਮੈਂ ਨਾਸ਼ਤਾ ਤਿਆਰ ਕੀਤਾ ਅਤੇ ਸਚਿਨ ਦੀ ਉਡੀਕ ਕਰ ਰਹੀ ਸੀ। ਉਹ ਦਫ਼ਤਰ ਲਈ ਸਵੇਰੇ ਜਲਦੀ ਉੱਠਦਾ ਸੀ। ਫਿਰ ਅਸੀਂ ਦੋਵੇਂ ਮਾਂ ਪੁੱਤ ਇਕੱਠੇ ਨਾਸ਼ਤਾ ਕਰਦੇ ਸੀ। ਮੈਂ ਲੰਬੇ ਸਮਿਆਂ ਤੱਕ ਸਚਿਨ ਦਾ ਇੰਤਜ਼ਾਰ ਕੀਤਾ। ਜਦੋਂ ਉਹ ਨਾ ਆਇਆ ਤਾਂ ਮੈਂ ਸੋਚਿਆ ਕਿ ਕੌਣ ਜਾਣੇ ਅੱਜ ਉਸ ਦੀਆਂ ਅੱਖਾਂ ਨਹੀਂ ਖੁੱਲੀਆਂ ਹੋਣਗੀਆਂ। ਇਸ ਲਈ ਮੈਂ ਸਚਿਨ ਦੇ ਕਮਰੇ ਵਿੱਚ ਗਈ। ਮੈਂ ਉਸ ਨੂੰ 1-2 ਵਾਰ ਬੁਲਾਇਆ ਅਤੇ ਉਹ ਉੱਠ ਕੇ ਬੈਠ ਗਿਆ। ਮੈਂ ਕਿਹਾ, ਬੇਟਾ ਜਲਦੀ ਉੱਠ, ਤੈਨੂੰ ਦਫ਼ਤਰ ਲਈ ਦੇਰ ਹੋ ਗਈ ਹੈ। ਸਚਿਨ ਕਹਿਣ ਲੱਗਾ, ਮਾਂ ਮੈਂ ਅੱਜ ਦਫ਼ਤਰ ਨਹੀਂ ਜਾਵਾਂਗਾ। ਉਸ ਦੀ ਗੱਲ ਸੁਣ ਕੇ ਮੈਂ ਦੰਗ ਰਹਿ ਗਈ, ਕਿਉਂਕਿ ਸਚਿਨ ਕਦੇ ਵੀ ਬਿਨਾਂ ਕਿਸੇ ਕਾਰਨ ਛੁੱਟੀ ਨਹੀਂ ਲੈਂਦਾ ਸੀ। ਮੈਂ ਸਚਿਨ ਨੂੰ ਪੁੱਛਿਆ, ਕੀ ਗੱਲ ਹੈ ਬੇਟਾ, ਤੁਸੀਂ ਠੀਕ ਮਹਿਸੂਸ ਕਰ ਰਹੇ ਹੋ? ਉਸ ਨੇ ਕਿਹਾ, ਹਾਂ ਮਾਂ, ਮੈਂ ਬਿਲਕੁਲ ਠੀਕ ਹਾਂ। ਅੱਜ ਮੈਨੂੰ ਦਫ਼ਤਰ ਜਾਣ ਦਾ ਮਨ ਨਹੀਂ ਹੋਇਆ। ਮੈਂ ਸਿਰ ਹਿਲਾਇਆ ਅਤੇ ਕਮਰੇ ਤੋਂ ਵਾਪਸ ਆ ਗਈ। ਥੋੜੀ ਦੇਰ ਬਾਅਦ ਮੇਰਾ ਪਿੱਛਾ ਕਰਦੇ ਹੋਏ ਸਚਿਨ ਵੀ ਆ ਗਿਆ। ਉਹ ਕਹਿਣ ਲੱਗਾ, ਮਾਂ ਉਹ ਔਰਤ ਕਿੰਨੇ ਵਜੇ ਆਉਂਦੀ ਹੈ? ਅਜਿਹਾ ਹੋ ਸਕਦਾ ਹੈ ਕਿ ਉਹ ਸਾਡੇ ਇਲਾਕੇ ਵਿੱਚ ਭੀਖ ਮੰਗ ਕੇ ਚਲੀ ਜਾਵੇ ਅਤੇ ਸਾਨੂੰ ਕੁਝ ਪਤਾ ਵੀ ਨਾ ਲੱਗੇ। ਉਹ ਕੱਲ ਵੀ ਨਹੀਂ ਆਈ ਸੀ। ਹੁਣ ਮੈਨੂੰ ਸਾਰੀ ਗੱਲ ਸਮਝ ਆ ਗਈ ਸੀ। ਇਹੀ ਕਾਰਨ ਸੀ ਕਿ ਸਚਿਨ ਦਫ਼ਤਰ ਨਹੀਂ ਗਿਆ ਸੀ। ਮੈਂ ਸਚਿਨ ਨੂੰ ਕਿਹਾ ਕਿ ਜਦੋਂ ਉਸ ਨੇ ਆਉਣਾ ਹੈ ਤਾਂ ਉਹ ਆਵੇਗੀ। ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਸੱਚ ਕਹਾਂ ਤਾਂ ਅੱਜ ਮੈਨੂੰ ਸਚਿਨ ਤੇ ਗੁੱਸਾ ਆਉਣ ਲੱਗਾ। ਉਸਨੇ ਨਾਸ਼ਤਾ ਕੀਤਾ ਅਤੇ ਚੁੱਪਚਾਪ ਘਰੋਂ ਨਿਕਲ ਗਿਆ। ਮੈਂ ਬੜੀ ਮੁਸ਼ਕਲ ਨਾਲ ਕੰਮ ਸ਼ੁਰੂ ਕੀਤਾ। ਇੱਥੇ ਦੁਪਹਿਰ ਤੋਂ ਸ਼ਾਮ ਹੋ ਗਈ ਸੀ, ਪਰ ਸਚਿਨ ਅਜੇ ਘਰ ਨਹੀਂ ਪਰਤਿਆ ਸੀ। ਮੈਂ ਉਸ ਬਾਰੇ ਬਹੁਤ ਚਿੰਤਤ ਸੀ। ਮੈਂ ਬੈਠੀ ਆਪਣੇ ਪੁੱਤਰ ਲਈ ਪ੍ਰਾਰਥਨਾ ਕਰ ਰਹੀ ਸੀ। ਅਚਾਨਕ ਘਰ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਸਚਿਨ ਦੀ ਚੀਕ ਦੀ ਆਵਾਜ਼ ਮੇਰੇ ਕੰਨਾਂ ਤੱਕ ਪਹੁੰਚੀ। ਸਚਿਨ ਨੇ ਕਿਹਾ, ਮਾਂ ਤੁਸੀਂ ਕਿੱਥੇ ਹੋ? ਦੇਖੋ ਮੈਂ ਕਿਸ ਨੂੰ ਆਪਣੇ ਨਾਲ ਲੈ ਕੇ ਆਇਆ ਹਾਂ। ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਗੂੰਗੀ ਬੱਚੀ ਦੀ ਮਾਂ ਸਚਿਨ ਦੇ ਸਾਹਮਣੇ ਖੜੀ ਸੀ। ਮੈਂ ਕਿਹਾ, ਸਚਿਨ ਤੁਸੀਂ ਸਵੇਰ ਤੋਂ ਕਿੱਥੇ ਗਾਇਬ ਸੀ? ਉਸ ਨੇ ਕਿਹਾ, ਮਾਤਾ ਜੀ ਮੈਂ ਸਵੇਰ ਤੋਂ ਹੀ ਗਲੀ ਵਿੱਚ ਖੜ ਕੇ ਇਸ ਦੀ ਉਡੀਕ ਕਰ ਰਿਹਾ ਸੀ, ਪਰ ਹੁਣ ਇਹ ਆ ਗਈ ਹੈ, ਇਸ ਲਈ ਮੈਂ ਇਸ ਨੂੰ ਜਲਦੀ ਘਰ ਲੈ ਆਇਆ ਹਾਂ।
ਤੁਸੀਂ ਆਪਣੇ ਸਾਰੇ ਕੰਮ ਤੋਂ ਵਿਹਲੇ ਹੋ ਗਏ ਹੋ, ਭਾਵੇਂ ਤੁਸੀਂ ਰੁੱਝੇ ਹੋਏ ਹੋ। ਆਪਣੇ ਸਾਰੇ ਕੰਮ ਛੱਡ ਦਿਓ। ਹੁਣ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਘਰ ਜਾਂਦੇ ਹਾਂ। ਅੱਜ ਦਾ ਦਿਨ ਬਹੁਤ ਹੀ ਸ਼ੁਭ ਦਿਨ ਹੈ। ਵਿਆਹ ਅੱਜ ਹੀ ਹੋਵੇਗਾ। ਮੈਂ ਪੰਡਤ ਜੀ ਨਾਲ ਵੀ ਗੱਲ ਕੀਤੀ ਸੀ। ਉਹਨਾਂ ਨੇ ਕਿਹਾ ਅੱਜ ਦਾ ਦਿਨ ਬਹੁਤ ਹੀ ਸ਼ੁਭ ਦਿਨ ਹੈ। ਮੈਂ ਆਪਣੇ ਪੁੱਤਰ ਦੇ ਮੂੰਹ ਵੱਲ ਦੇਖਦੀ ਰਹੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ। ਸਚਿਨ ਨੇ ਅੱਗੇ ਆ ਕੇ ਮੇਰਾ ਹੱਥ ਫੜ ਲਿਆ। ਉਹ ਮੇਰਾ ਹੱਥ ਫੜ ਕੇ ਮੈਨੂੰ ਖਿੱਚਣ ਲੱਗਾ। ਮੈਂ ਉਸ ਨੂੰ ਇਸ਼ਾਰਾ ਕੀਤਾ ਕਿ ਉਹ ਪਹਿਲਾਂ ਮੇਰੇ ਨਾਲ ਮੇਰੇ ਕਮਰੇ ਵਿੱਚ ਆ ਜਾਵੇ। ਜਦੋਂ ਉਹ ਕਮਰੇ ਵਿੱਚ ਆਇਆ ਤਾਂ ਮੈਂ ਕਿਹਾ, ਸਚਿਨ, ਪਹਿਲਾਂ ਕੁੜੀ ਨੂੰ ਦੇਖੋ, ਪਤਾ ਨਹੀਂ ਉਹ ਤੁਹਾਡੇ ਲਾਇਕ ਹੈ ਜਾਂ ਨਹੀਂ। ਜੇਕਰ ਮੈਨੂੰ ਇਸ ਰਿਸ਼ਤੇ ਦੀ ਸਮਝ ਆ ਗਈ ਤਾਂ ਅਸੀਂ ਦੋਵੇਂ ਜਾ ਕੇ ਪੰਡਤ ਜੀ ਨਾਲ ਮੁਲਾਕਾਤ ਕਰਵਾ ਕੇ ਵਿਆਹ ਤੈਅ ਕਰ ਲਵਾਂਗੇ। ਸਚਿਨ ਨੇ ਆਪਣਾ ਸਿਰ ਹਿਲਾਇਆ, ਪਰ ਜ਼ੋਰ ਨਾਲ ਨਹੀਂ। ਉਹ ਕਹਿਣ ਲੱਗਾ, ਮਾਂ, ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਮੈਂ ਤਾਂ ਇਹ ਫੈਸਲਾ ਕੀਤਾ ਹੈ ਕਿ ਜੇ ਮੈਂ ਵਿਆਹ ਕਰਾਂਗਾ ਤਾਂ ਮੈਂ ਉਸ ਦੀ ਧੀ ਨਾਲ ਹੀ ਵਿਆਹ ਕਰਾਂਗਾ, ਅਤੇ ਉਹ ਵੀ ਅੱਜ ਹੀ। ਤੁਸੀਂ ਉੱਠੋ ਅਤੇ ਮੇਰੇ ਨਾਲ ਆਓ। ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੈ। ਮੈਂ ਉਸ ਵੱਲ ਦੇਖਦੀ ਰਹੀ। ਮੈਂ ਕਿਹਾ, ਕੀ ਇਹ ਤੁਹਾਡਾ ਅੰਤਿਮ ਫੈਸਲਾ ਹੈ? ਸਚਿਨ ਨੇ ਸਿਰ ਹਿਲਾਇਆ ਅਤੇ ਕਿਹਾ ਕਿ ਮਾਂ, ਇਹ ਮੇਰਾ ਅੰਤਿਮ ਅਤੇ ਸਹੀ ਫੈਸਲਾ ਹੈ, ਅਤੇ ਇਸ ਦਾ ਜੋ ਵੀ ਨਤੀਜਾ ਨਿਕਲਦਾ ਹੈ ਮੈਂ ਝੱਲਣ ਲਈ ਤਿਆਰ ਹਾਂ। ਚਿੰਤਾ ਨਾ ਕਰ, ਮੈਂ ਤੁਹਾਨੂੰ ਕਿਸੇ ਵੀ ਚੀਜ਼ ਲਈ ਦੋਸ਼ ਨਹੀਂ ਦੇਵਾਂਗਾ। ਮੈਂ ਹੁਣ ਆਪਣੇ ਬੇਟੇ ਦੇ ਸਾਹਮਣੇ ਬੇਵੱਸ ਸੀ, ਇਸ ਲਈ ਮੈਂ ਕਮਰੇ ਤੋਂ ਬਾਹਰ ਆ ਗਈ। ਜਦੋਂ ਮੈਂ ਬਾਹਰ ਦੇਖਿਆ ਤਾਂ ਮੇਰੇ ਘਰ ਦੇ ਬਾਹਰ ਉਹ ਔਰਤ ਵੀ ਬੈਠੀ ਸੀ ਜੋ ਘਰ ਦਾ ਜਾਇਜ਼ਾ ਲੈ ਰਹੀ ਸੀ। ਖੈਰ, ਅਸੀਂ ਉਸ ਔਰਤ ਨਾਲ ਕਾਰ ਵਿੱਚ ਬੈਠ ਗਏ ਅਤੇ ਚਲੇ ਗਏ। ਸੜਕ ਕਾਫੀ ਲੰਬੀ ਸੀ, ਜਿੱਥੇ ਗੰਦਗੀ ਦੇ ਢੇਰ ਲੱਗੇ ਹੋਏ ਸਨ। ਮੈਂ ਆਪਣੇ ਆਪ ਨੂੰ ਕੋਸਣ ਲੱਗੀ ਕਿ ਮੈਂ ਸਚਿਨ ਨੂੰ ਇਸ ਰਿਸ਼ਤੇ ਬਾਰੇ ਕਿਉਂ ਦੱਸਿਆ। ਸਫ਼ਰ ਇੰਨਾ ਲੰਬਾ ਹੈ। ਇਹ ਸਫ਼ਰ ਪੂਰਾ ਕਰਕੇ ਅਸੀਂ ਇੱਕ ਅਜਿਹੀ ਥਾਂ ਪਹੁੰਚ ਗਏ ਜਿੱਥੇ ਬਹੁਤ ਸਾਰੀਆਂ ਝੁੱਗੀਆਂ ਸਨ। ਰਸਤੇ ਵਿੱਚ ਸਾਨੂੰ ਇੱਕ ਝੌਂਪੜੀ ਮਿਲੀ। ਉਹ ਝੁੱਗੀ ਬੱਚਿਆਂ ਨਾਲ ਭਰੀ ਹੋਈ ਸੀ। ਫਿਰ ਔਰਤ ਨੇ ਆਪਣੀ ਬੇਟੀ ਨੂੰ ਬੁਲਾਇਆ। ਉਹ ਕਹਿਣ ਲੱਗੀ, ਮੰਜੂ, ਤੂੰ ਕਿੱਥੇ ਐ? ਇੱਧਰ ਆਓ। ਕੁਝ ਦੇਰ ਬਾਅਦ ਉਹ ਮੁਟਿਆਰ ਸਾਡੇ ਸਾਹਮਣੇ ਆ ਗਈ। ਉਹ ਕੁੜੀ ਇੰਨੀ ਸੋਹਣੀ ਸੀ ਕਿ ਉਸ ਨੂੰ ਦੇਖ ਕੇ ਲੱਗਦਾ ਸੀ ਜਿਵੇਂ ਉਹ ਕੁੜੀ ਫਰਿਸ਼ਤਾ ਹੋਵੇ। ਉਹ ਕਹਿਣ ਲੱਗੀ, ਦੀਦੀ, ਇਹ ਮੇਰੀ ਧੀ ਮੰਜੂ ਹੈ, ਗੂੰਗੀ ਹੈ। ਮੰਜੂ ਨੂੰ ਦੇਖ ਕੇ ਮੈਨੂੰ ਲੱਗਾ ਜਿਵੇਂ ਝੱਟ ਉਸ ਨੂੰ ਆਪਣੀ ਨੂੰਹ ਬਣਾ ਕੇ ਆਪਣੇ ਨਾਲ ਲੈ ਜਾਵਾਂ। ਮੈਂ ਉਸ ਔਰਤ ਨੂੰ ਕਿਹਾ ਕਿ ਮੈਨੂੰ ਤੁਹਾਡੀ ਧੀ ਬਹੁਤ ਪਸੰਦ ਹੈ। ਫਿਰ ਮੈਂ ਸਚਿਨ ਵੱਲ ਅੱਖ ਮਾਰ ਕੇ ਕਿਹਾ ਕਿ ਕੁੜੀ ਠੀਕ ਹੈ। ਸਚਿਨ ਨੇ ਵੀ ਹਾਂ ਕਹਿ ਦਿੱਤੀ। ਫਿਰ ਅਜਿਹਾ ਹੋਇਆ ਕਿ ਅਸੀਂ ਸਾਰੇ ਨੇੜੇ ਦੇ ਮੰਦਿਰ ਗਏ ਅਤੇ ਉੱਥੇ ਦੋਹਾਂ ਦਾ ਵਿਆਹ ਹੋ ਗਿਆ। ਖੁਸ਼ੀ ਵਿੱਚ ਸਚਿਨ ਨੇ ਉੱਥੇ ਸਾਰੇ ਗਰੀਬ ਲੋਕਾਂ ਨੂੰ ਮਠਿਆਈਆਂ ਵੰਡੀਆਂ ਅਤੇ ਬੜੀ ਸਾਦਗੀ ਨਾਲ ਮੈਂ ਆਪਣੇ ਪੁੱਤਰ ਦੀ ਦੁਲਹਨ ਨੂੰ ਘਰ ਲੈ ਆਈ। ਮੰਜੂ ਬੜੀ ਮਿੱਠੀ ਤੇ ਸੋਹਣੀ ਕੁੜੀ ਸੀ, ਪਰ ਉਸ ਦਾ ਪਹਿਰਾਵਾ ਬਹੁਤ ਹੀ ਗੰਦਾ ਸੀ, ਜਾਂ ਕਹਿ ਲਵੋ ਕਿ ਉਹ ਸਾਡੇ ਘਰ ਆਉਣ ਦੇ ਲਾਇਕ ਨਹੀਂ ਸੀ। ਮੈਂ ਸਚਿਨ ਤੋਂ ਉਸ ਲਈ ਕੁਝ ਰੈਡੀਮੇਡ ਕੱਪੜੇ ਮੰਗਵਾਏ ਅਤੇ ਲਾਲ ਰੰਗ ਦਾ ਲਹਿੰਗਾ ਵੀ ਮੰਗਵਾਇਆ, ਅਤੇ ਫਿਰ ਉਸ ਨੂੰ ਚੰਗੀ ਤਰ੍ਹਾਂ ਨਹਾਉਣ ਅਤੇ ਆਪਣੇ ਵਾਲਾਂ ਵਿੱਚ ਕੰਘੀ ਕਰਨ ਲਈ ਕਿਹਾ। ਸਾਰੀ ਗੰਦਗੀ ਨੂੰ ਹਟਾਉਣ ਲਈ 3 ਵਾਰ ਸ਼ੈਂਪੂ ਨਾਲ ਧੋਣਾ ਅਤੇ ਤੁਹਾਡੇ ਵਾਲਾਂ ਨੂੰ ਵੀ ਕੁਝ ਚਮਕ ਮਿਲੇਗੀ। ਉਸਨੇ ਆਪਣਾ ਸਿਰ ਹਿਲਾ ਦਿੱਤਾ ਅਤੇ ਇਸ਼ਨਾਨ ਕਰਨ ਚਲੀ ਗਈ। ਅੱਧੇ ਘੰਟੇ ਬਾਅਦ ਜਦੋਂ ਉਹ ਬਾਥਰੂਮ ਤੋਂ ਬਾਹਰ ਆਈ ਤਾਂ ਉਸਦੀ ਬਿਲਕੁਲ ਵੀ ਪਛਾਣ ਨਹੀਂ ਆ ਰਹੀ ਸੀ। ਉਹ ਇੰਨੀ ਖੂਬਸੂਰਤ ਲੱਗ ਰਹੀ ਸੀ ਕਿ ਮੈਂ ਉਸ ਨੂੰ ਦੇਖਦੀ ਹੀ ਰਹਿ ਗਈ। ਮੈਂ ਮੁਸਕਰਾ ਕੇ ਉਸ ਨੂੰ ਕਿਹਾ, ਬੇਟਾ, ਸਾਡੇ ਘਰ ਨੂੰ ਸਾਫ਼ ਸੁਥਰਾ ਰਹਿਣ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ। ਤੁਹਾਡੇ ਪਤੀ ਨੂੰ ਵੀ ਸਫਾਈ ਬਹੁਤ ਪਸੰਦ ਹੈ, ਇਸ ਲਈ ਤੁਸੀਂ ਹਮੇਸ਼ਾ ਸਾਫ਼ ਸੁਥਰਾ ਰਹਿਣਾ ਹੈ। ਉਸਨੇ ਫਿਰ ਸਾਡੇ ਵੱਲ ਸਿਰ ਹਿਲਾਇਆ। ਮੈਂ ਸੋਚਣ ਲੱਗੀ ਕਿ ਜੇ ਮੈਂ ਇਹ ਗੱਲਾਂ ਕਹੀਆਂ ਹੁੰਦੀਆਂ ਤਾਂ ਕਿੰਨਾ ਚੰਗਾ ਮਹਿਸੂਸ ਹੁੰਦਾ। ਮੈਂ ਮੰਜੂ ਨੂੰ ਸ਼ਹਿਰ ਵਿੱਚ ਸਚਿਨ ਦੇ ਕਮਰੇ ਵਿੱਚ ਛੱਡ ਦਿੱਤਾ ਸੀ ਅਤੇ ਮੇਰੇ ਮਨ ਤੋਂ ਵੀ ਜਿਵੇਂ ਬੋਝ ਹਟ ਗਿਆ ਸੀ। ਮੇਰੇ ਬੇਟੇ ਦਾ ਵਿਆਹ ਹੋ ਗਿਆ ਸੀ ਅਤੇ ਉਹ ਵੀ ਉਸ ਕੁੜੀ ਤੋਂ ਜਿਸ ਲਈ ਉਸ ਦੀ ਇੱਛਾ ਸੀ। ਇਹ ਗੱਲ ਮੈਨੂੰ ਅੰਦਰੋਂ ਬਹੁਤ ਹਲਕਾ ਮਹਿਸੂਸ ਕਰ ਰਹੀ ਸੀ। ਜੇ ਮੈਂ ਮਰ ਵੀ ਜਾਵਾਂ ਤਾਂ ਵੀ ਮੈਨੂੰ ਬਹੁਤੀ ਮੁਸ਼ਕਲ ਨਹੀਂ ਹੋਵੇਗੀ, ਕਿਉਂਕਿ ਹੁਣ ਮੈਂ ਆਪਣਾ ਫਰਜ਼ ਨਿਭਾਇਆ ਹੈ। ਜਦੋਂ ਮੈਂ ਆਪਣੇ ਬਿਸਤਰੇ ਤੇ ਲੇਟੀ ਤਾਂ ਅੱਜ ਦਾ ਸਾਰਾ ਨਜ਼ਾਰਾ ਮੇਰੀਆਂ ਅੱਖਾਂ ਸਾਹਮਣੇ ਚਮਕ ਰਿਹਾ ਸੀ। ਮੈਂ ਹੈਰਾਨ ਸੀ ਕਿ ਸਚਿਨ ਨੇ ਅਜਿਹਾ ਕਿਉਂ ਕੀਤਾ। ਇੱਕ ਪਾਸੇ ਉਹ ਵਿਆਹ ਲਈ ਤਿਆਰ ਨਹੀਂ ਸੀ ਅਤੇ ਹੁਣ ਉਸ ਨੇ ਆਪਣੀ ਹਥੇਲੀ ਤੇ ਰਾਈ ਇਕੱਠੀ ਕੀਤੀ ਸੀ ਕਿ ਮੈਂ ਅਜਿਹੀ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਮੁੰਡਾ ਕੀ ਕਰਨਾ ਚਾਹੁੰਦਾ ਸੀ ਅਤੇ ਕੀ ਕਰ ਰਿਹਾ ਸੀ। ਖੈਰ, ਮੈਂ ਆਪਣਾ ਸਿਰ ਹਿਲਾਇਆ ਅਤੇ ਸੌਣ ਲਈ ਲੇਟ ਗਈ।
ਸਵੇਰੇ ਮੈਂ ਆਪਣੀ ਨੂੰਹ ਅਤੇ ਬੇਟੇ ਲਈ ਨਾਸ਼ਤਾ ਤਿਆਰ ਕੀਤਾ। ਉਹਨਾਂ ਨੂੰ ਉਹਨਾਂ ਦੇ ਕਮਰੇ ਵਿੱਚ ਦੇ ਕੇ ਆਈ। ਸਚਿਨ ਬਹੁਤ ਖੁਸ਼ ਨਜ਼ਰ ਆ ਰਿਹਾ ਸੀ, ਜਦੋਂ ਕਿ ਮੇਰੀ ਨੂੰਹ ਬਹੁਤ ਸ਼ਰਮ ਮਹਿਸੂਸ ਕਰ ਰਹੀ ਸੀ। ਮੈਨੂੰ ਸ਼ਰਮ ਮਹਿਸੂਸ ਹੋ ਰਹੀ ਸੀ। ਮੈਂ ਮੰਜੂ ਦੇ ਸਿਰ ਤੇ ਹੱਥ ਰੱਖ ਕੇ ਕਿਹਾ, ਬੇਟੀ, ਮੈਂ ਤੇਰੀ ਮਾਂ ਹਾਂ, ਤੂੰ ਮੈਨੂੰ ਆਪਣੀ ਮਾਂ ਸਮਝ, ਮੇਰੇ ਤੋਂ ਸ਼ਰਮਾਉਣ ਦੀ ਕੋਈ ਲੋੜ ਨਹੀਂ ਹੈ। ਉਸਨੇ ਸਿਰ ਹਿਲਾਇਆ ਅਤੇ ਮੈਂ ਕਮਰੇ ਵਿੱਚੋਂ ਬਾਹਰ ਆ ਗਈ। ਕੁਝ ਦੇਰ ਬਾਅਦ ਸਚਿਨ ਨਾਸ਼ਤਾ ਕਰਕੇ ਭਾਂਡੇ ਲੈ ਆਇਆ। ਮੈਂ ਕਿਹਾ, ਸਚਿਨ ਬੇਟਾ, ਤੁਹਾਨੂੰ ਤੁਹਾਡੀ ਪਤਨੀ ਕਿਵੇਂ ਲੱਗੀ? ਉਹ ਮੁਸਕਰਾ ਕੇ ਬੋਲਿਆ, ਮਾਂ, ਮੰਜੂ ਬਿਲਕੁਲ ਉਹੋ ਜਿਹੀ ਕੁੜੀ ਹੈ ਜਿਸ ਨੂੰ ਮੈਂ ਚਾਹੁੰਦਾ ਸੀ। ਹੁਣ ਤੁਸੀਂ ਉਸ ਦੀ ਦੇਖਭਾਲ ਕਰਨੀ ਹੈ, ਇਹ ਹੁਣ ਤੁਹਾਡੀ ਜ਼ਿੰਮੇਵਾਰੀ ਹੈ। ਮੈਂ ਕਿਹਾ, ਹਾਂ, ਕਿਉਂ ਨਹੀਂ, ਮੈਂ ਉਸ ਨੂੰ ਸਭ ਕੁਝ ਸਿਖਾਵਾਂਗੀ। ਸਚਿਨ ਦੀਆਂ ਗੱਲਾਂ ਸੁਣ ਕੇ ਮੈਨੂੰ ਰਾਹਤ ਮਹਿਸੂਸ ਹੋਈ। ਮੇਰਾ ਪੁੱਤਰ ਖੁਸ਼ ਸੀ। ਸੋਚੋ ਕਿ ਮੈਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਮਿਲ ਗਈਆਂ ਹਨ। ਜਿਵੇਂ ਹੀ ਸਚਿਨ ਘਰੋਂ ਨਿਕਲਿਆ, ਮੰਜੂ ਮੇਰੇ ਕੋਲ ਆ ਗਈ। ਉਹ ਮੇਰੇ ਹੱਥੋਂ ਭਾਂਡੇ ਲੈ ਕੇ ਇਸ਼ਾਰਾ ਕਰਨ ਲੱਗੀ ਕਿ ਤੁਸੀਂ ਇਹਨਾਂ ਭਾਂਡਿਆਂ ਨੂੰ ਛੱਡ ਦਿਓ, ਮੈਂ ਇਹਨਾਂ ਨੂੰ ਧੋ ਲਵਾਂਗੀ। ਮੈਂ ਕਿਹਾ, ਨਹੀਂ ਬੇਟਾ, ਹੁਣ ਮੈਂ ਤੁਹਾਨੂੰ ਆਪਣੇ ਘਰ ਪੂਰੀ ਤਰ੍ਹਾਂ ਆਰਾਮ ਕਰਾਵਾਂਗੀ। ਫਿਰ ਮੈਂ ਤੁਹਾਡੇ ਤੋਂ ਮਠਿਆਈ ਬਣਾਵਾਂਗੀ। ਉਸ ਤੋਂ ਬਾਅਦ ਤੁਸੀਂ ਕੰਮ ਕਰ ਸਕਦੇ ਹੋ। ਮੈਨੂੰ ਦੱਸੋ, ਜੇ ਤੁਹਾਨੂੰ ਕੋਈ ਮਿੱਠਾ ਬਣਾਉਣਾ ਆਉਂਦਾ ਹੈ। ਫਿਰ ਵੀ ਤੁਹਾਡੇ ਪਤੀ ਨੂੰ ਖੀਰ ਬਹੁਤ ਪਸੰਦ ਹੈ। ਉਸਨੇ ਉਦਾਸੀ ਨਾਲ ਸਿਰ ਹਿਲਾਇਆ ਅਤੇ ਮੈਂ ਕਿਹਾ, ਕੋਈ ਗੱਲ ਨਹੀਂ, ਚਿੰਤਾ ਨਾ ਕਰੋ, ਮੈਂ ਤੁਹਾਨੂੰ ਸਭ ਕੁਝ ਸਿਖਾਵਾਂਗੀ। ਦਿਨ ਐਵੇਂ ਹੀ ਬੀਤ ਗਿਆ, ਪਰ ਜਦੋਂ ਰਾਤ ਆਈ ਤਾਂ ਮੇਰੇ ਪੁੱਤਰ ਨੇ ਕਿਹਾ, ਅੱਜ ਮੈਂ ਤੇ ਮੰਜੂ ਛੱਤ ਤੇ ਸੌਵਾਂਗੇ। ਕੱਲ ਵੀ ਮੈਨੂੰ ਪੂਰੀ ਰਾਤ ਕਮਰੇ ਵਿੱਚ ਬਹੁਤ ਗਰਮੀ ਮਹਿਸੂਸ ਹੋਈ। ਮੈਂ ਸਚਿਨ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ, ਕਿਉਂਕਿ ਮੌਸਮ ਠੀਕ ਸੀ, ਇੰਨਾ ਗਰਮ ਨਹੀਂ ਸੀ। ਹੁਣ ਮੈਂ ਵੀ ਕਮਰੇ ਵਿੱਚ ਸੌਣ ਲੱਗੀ ਸੀ। ਰਾਤ ਨੂੰ ਉੱਠਣ ਤੋਂ ਬਾਅਦ ਮੈਂ ਆਪਣੇ ਕਮਰੇ ਦਾ ਪੱਖਾ ਬੰਦ ਕਰ ਦਿੰਦੀ ਸੀ, ਕਿਉਂਕਿ ਮੈਨੂੰ ਬਹੁਤ ਠੰਡ ਲੱਗ ਰਹੀ ਸੀ। ਖੈਰ, ਮੈਂ ਇਸ ਬਾਰੇ ਸਚਿਨ ਨਾਲ ਗੱਲ ਨਹੀਂ ਕੀਤੀ। ਮੈਂ ਸੋਚਿਆ ਕਿ ਸ਼ਾਇਦ ਪਤੀ ਪਤਨੀ ਨਜਿੱਠਤਾ ਚਾਹੁੰਦੇ ਸਨ, ਇਸੇ ਲਈ ਛੱਤ ਤੇ ਜਾਣ ਦਾ ਬਹਾਨਾ ਬਣਾ ਰਹੇ ਸਨ। ਜਦੋਂ ਦੋਵੇਂ ਪਤੀ ਪਤਨੀ ਛੱਤ ਤੇ ਗਏ ਤਾਂ ਮੈਂ ਆਪਣੇ ਕਮਰੇ 'ਚ ਆ ਗਈ। ਮੰਜੂ ਸਵੇਰੇ ਹੇਠਾਂ ਆਈ ਤਾਂ ਬਹੁਤ ਥੱਕੀ ਹੋਈ ਨਜ਼ਰ ਆ ਰਹੀ ਸੀ। ਕੱਲ ਇਸ ਸਮੇਂ ਉਹ ਕਾਫੀ ਸਰਗਰਮ ਨਜ਼ਰ ਆ ਰਹੀ ਸੀ। ਮੈਂ ਮੰਜੂ ਦਾ ਹੱਥ ਫੜ ਕੇ ਕਿਹਾ, ਬੇਟਾ, ਕੀ ਗੱਲ ਹੈ? ਤੁਸੀਂ ਮੈਨੂੰ ਥੋੜਾ ਅਜੀਬ ਲੱਗ ਰਹੇ ਹੋ। ਰਾਤ ਨੂੰ ਉੱਥੋਂ ਠੰਡ ਮਹਿਸੂਸ ਹੋ ਰਹੀ ਸੀ। ਮੰਜੂ ਮੈਨੂੰ ਇਸ਼ਾਰਿਆਂ ਨਾਲ ਕੁਝ ਕਹਿਣ ਲੱਗੀ ਤਾਂ ਸਚਿਨ ਨੇ ਉਸ ਨੂੰ ਹਿਲਾ ਕੇ ਕਿਹਾ, ਤੁਸੀਂ ਸਵੇਰੇ ਉੱਠ ਕੇ ਕੀ ਗੱਲ ਕਰ ਰਹੇ ਹੋ? ਚਲੋ ਆਪਣੇ ਕਮਰੇ ਵਿੱਚ ਜਾ ਕੇ ਹੱਥ ਮੂੰਹ ਧੋ ਕੇ ਬਾਹਰ ਆ ਜਾਓ। ਉਹ ਝੱਟ ਹੱਥ ਛੱਡ ਕੇ ਕਮਰੇ ਵਿੱਚ ਚਲੀ ਗਈ। ਮੈਨੂੰ ਸਚਿਨ ਦਾ ਅੰਦਾਜ਼ਾ ਪਸੰਦ ਨਹੀਂ ਆਇਆ, ਪਰ ਮੈਂ ਸਿਰ ਝੁਕਾ ਕੇ ਨਾਸ਼ਤਾ ਤਿਆਰ ਕਰਨ ਲੱਗੀ। ਨਾਸ਼ਤਾ ਕਰਨ ਤੋਂ ਬਾਅਦ ਜਦੋਂ ਮੈਂ ਸਚਿਨ ਦੇ ਕਮਰੇ ਦੇ ਨੇੜੇ ਪਹੁੰਚੀ ਤਾਂ ਮੈਨੂੰ ਸਚਿਨ ਦੀ ਆਵਾਜ਼ ਸੁਣਾਈ ਦਿੱਤੀ। ਉਹ ਗੁੱਸੇ ਨਾਲ ਬੋਲ ਰਿਹਾ ਸੀ ਕਿ ਉਸਨੇ ਕਿਹਾ, ਮੰਜੂ, ਇੱਕ ਵਾਰ ਤੈਨੂੰ ਯਾਦ ਕਰ ਲੈਣਾ, ਪਤੀ ਪਤਨੀ ਵਿੱਚ ਜੋ ਕੁਝ ਹੈ ਉਹ ਸਾਡੇ ਵਿਚਕਾਰ ਹੀ ਰਹਿਣਾ ਚਾਹੀਦਾ ਹੈ। ਮੈਂ ਤੁਹਾਨੂੰ ਸਾਡੀਆਂ ਨਿੱਜੀ ਗੱਲਾਂ ਨੂੰ ਆਪਣੀ ਮਾਂ ਜਾਂ ਤੁਹਾਡੀ ਮਾਂ ਨਾਲ ਸਾਂਝਾ ਕਰਨ ਦੀ ਬਿਲਕੁਲ ਵੀ ਆਗਿਆ ਨਹੀਂ ਦਿੰਦਾ। ਇਹ ਨਾ ਸੋਚੋ ਕਿ ਜੇ ਮੈਂ ਘਰੋਂ ਬਾਹਰ ਜਾਵਾਂਗਾ ਤਾਂ ਮੈਨੂੰ ਕੁਝ ਪਤਾ ਨਹੀਂ ਲੱਗੇਗਾ। ਤੁਸੀਂ ਮੇਰੀ ਮਾਂ ਨੂੰ ਕੀ ਕਿਹਾ ਹੈ? ਜੇਕਰ ਮੈਨੂੰ ਅਜਿਹਾ ਕੁਝ ਪਤਾ ਲੱਗਾ ਤਾਂ ਮੈਂ ਤੁਹਾਨੂੰ ਤਲਾਕ ਦੇ ਦਿਆਂਗਾ। ਮੈਂ ਸਚਿਨ ਦੀਆਂ ਗੱਲਾਂ ਸੁਣ ਕੇ ਦੰਗ ਰਹਿ ਗਈ। ਕੁਝ ਦੇਰ ਬਾਅਦ ਮੈਂ ਖੰਘਦੀ ਹੋਈ ਕਮਰੇ ਵਿੱਚ ਦਾਖਲ ਹੋਈ। ਸਚਿਨ ਮੇਰੇ ਸਾਹਮਣੇ ਬਿਲਕੁਲ ਸਧਾਰਨ ਸੀ ਅਤੇ ਮੰਜੂ ਨਾਲ ਖੁਸ਼ੀ ਨਾਲ ਗੱਲਾਂ ਵੀ ਕਰ ਰਿਹਾ ਸੀ। ਉਸ ਨੂੰ ਨਾਸ਼ਤਾ ਦੇਣ ਤੋਂ ਬਾਅਦ ਮੈਂ ਬਾਹਰ ਆਈ ਅਤੇ ਸੋਚਣ ਲੱਗੀ ਕਿ ਸਚਿਨ ਦੇ ਪਾਲਣ ਪੋਸ਼ਣ ਵਿੱਚ ਮੇਰੇ ਤੋਂ ਕੀ ਕਮੀ ਰਹਿ ਗਈ ਸੀ। ਕੁਝ ਦਿਨ ਹੀ ਹੋਏ ਸਨ। ਮੰਜੂ ਨੇ ਮੇਰੇ ਤੇ ਜ਼ੋਰ ਦਿੱਤਾ ਕਿ ਉਹ ਹੁਣ ਘਰੇਲੂ ਕੰਮ ਕਰਨਾ ਚਾਹੁੰਦੀ ਹੈ ਅਤੇ ਇਸ ਲਈ ਉਹ ਖੀਰ ਬਣਾਉਣੀ ਸਿੱਖਣਾ ਚਾਹੁੰਦੀ ਹੈ। ਇਸ ਵਾਰ ਮੈਂ ਬਹੁਤਾ ਨਾ ਨਹੀਂ ਕੀਤੀ ਅਤੇ ਉਸ ਨੂੰ ਆਪਣੇ ਨਾਲ ਰਸੋਈ ਵਿੱਚ ਲੈ ਗਈ। ਇਕੱਠੀਆਂ ਕੰਮ ਕਰਦੀਆਂ ਸੀ। ਫਿਰ ਮੈਂ ਆਪਣੀ ਨੂੰਹ ਦਾ ਚਿਹਰਾ ਵੱਲ ਬੜੇ ਧਿਆਨ ਨਾਲ ਦੇਖਿਆ। ਉਸ ਦਾ ਚਿਹਰਾ ਸੁੱਕਿਆ ਨਜ਼ਰ ਆ ਰਿਹਾ ਸੀ। ਅੱਖਾਂ ਦੇ ਹੇਠਾਂ ਹਲਕੇ ਕਾਲੇ ਘੇਰੇ ਵੀ ਸਨ, ਜੋ ਰਾਤ ਨੂੰ ਜਾਗਦੇ ਰਹਿਣ ਕਾਰਨ ਹੋ ਸਕਦੇ ਹਨ। ਉਸ ਦਾ ਚਿਹਰਾ ਚਿੱਟਾ ਹੋ ਗਿਆ ਸੀ। ਮੇਰੇ ਘਰ ਸਭ ਕੁਝ ਸੀ, ਖਾਣ ਪੀਣ ਦੀ ਕੋਈ ਕਮੀ ਨਹੀਂ ਸੀ, ਪਰ ਮੰਜੂ ਮੇਰੇ ਘਰ ਆ ਕੇ ਬਹੁਤ ਕਮਜ਼ੋਰ ਹੋ ਗਈ ਸੀ। ਉਸ ਦੀ ਸਿਹਤ ਉਸ ਦੀਆਂ ਝੁੱਗੀਆਂ ਵਿੱਚ ਇਸ ਨਾਲੋਂ ਬਿਹਤਰ ਸੀ, ਜਿੱਥੇ ਉਸ ਦੀ ਮਾਂ ਮੰਗ ਕੇ ਲਿਆਉਂਦੀ ਸੀ, ਪਰ ਉਹ ਆਪਣੇ ਬੱਚਿਆਂ ਨੂੰ ਪਾਲਦੀ ਸੀ। ਅੱਜ ਸਚਿਨ ਵੀ ਦਫ਼ਤਰ ਗਿਆ ਹੋਇਆ ਸੀ, ਇਸੇ ਲਈ ਮੈਂ ਮੰਜੂ ਨੂੰ ਪੁੱਛਣ ਦਾ ਸੋਚਿਆ ਕਿ ਜੇ ਉਸ ਨੂੰ ਇਸ ਘਰ ਵਿੱਚ ਕਿਸੇ ਚੀਜ਼ ਦੀ ਘਾਟ ਹੈ ਤਾਂ ਉਹ ਚਿੰਤਾ ਕਿਉਂ ਕਰਦੀ ਹੈ। ਮੈਂ ਕਿਹਾ, ਬੇਟਾ, ਤੁਸੀਂ ਪੇਟ ਭਰ ਕੇ ਖਾਣਾ ਨਹੀਂ ਖਾਧਾ। ਕੀ ਤੁਹਾਨੂੰ ਮੇਰੇ ਹੱਥ ਦਾ ਖਾਣਾ ਚੰਗਾ ਨਹੀਂ ਲੱਗਦਾ?
ਉਸ ਨੇ ਝੱਟ ਆਪਣਾ ਨਾਂ ਵਿੱਚ ਸਿਰ ਹਿਲਾਇਆ ਅਤੇ ਇਸ਼ਾਰਿਆਂ ਨਾਲ ਮੈਨੂੰ ਕਿਹਾ ਕਿ ਮੈਂ ਖੁਸ਼ ਹੋ ਕੇ ਖਾਂਦੀ ਹਾਂ, ਕਿ ਤੁਸੀਂ ਸੁਆਦੀ ਪਕਵਾਨ ਬਣਾਉਂਦੇ ਹੋ। ਮੈਂ ਕਿਹਾ, ਫਿਰ ਤੁਸੀਂ ਇੰਨੇ ਕਮਜ਼ੋਰ ਕਿਉਂ ਹੋ ਰਹੇ ਹੋ? ਜਦੋਂ ਤੁਹਾਡੀ ਮਾਂ ਮੈਨੂੰ ਪੁੱਛੇਗੀ ਕਿ ਮੇਰੀ ਧੀ ਇੰਨੀ ਕਮਜ਼ੋਰ ਕਿਉਂ ਹੋ ਗਈ ਹੈ, ਮੈਂ ਉਸ ਨੂੰ ਕੀ ਜਵਾਬ ਦਿਆਂਗੀ? ਮੰਜੂ ਦੀਆਂ ਅੱਖਾਂ ਵਿੱਚ ਅਚਾਨਕ ਹੰਝੂ ਆ ਗਏ। ਉਸ ਨੇ ਮੈਨੂੰ ਇਸ਼ਾਰੇ ਨਾਲ ਦੱਸਿਆ ਕਿ ਉਹ ਸਚਿਨ ਤੋਂ ਬਹੁਤ ਡਰਦੀ ਹੈ। ਉਸ ਦੀ ਗੱਲ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਈ। ਮੈਂ ਕਿਹਾ, ਕਿਉਂ? ਤੁਸੀਂ ਸਚਿਨ ਤੋਂ ਕਿਉਂ ਡਰਦੇ ਹੋ? ਉਸ ਨੇ ਤੁਹਾਨੂੰ ਕੁਝ ਕਿਹਾ ਹੈ? ਮੰਜੂ ਅਚਾਨਕ ਰੋਣ ਲੱਗ ਪਈ। ਮੇਰੇ ਤੋਂ ਉਸ ਦੀ ਇਹ ਹਾਲਤ ਦੇਖੀ ਨਹੀਂ ਜਾਂਦੀ ਸੀ। ਮੈਂ ਕਿਹਾ, ਕੀ ਗੱਲ ਹੈ ਮੰਜੂ, ਮੈਨੂੰ ਖੁੱਲ੍ਹ ਕੇ ਦੱਸ, ਮੈਂ ਸਚਿਨ ਦੇ ਕੰਨ ਖਿੱਚ ਲਵਾਂਗੀ। ਉਹ ਮੇਰੇ ਸਾਹਮਣੇ ਹੱਥ ਜੋੜ ਕੇ ਮੈਨੂੰ ਸਮਝਾਉਣ ਲੱਗੀ ਕਿ ਤੁਸੀਂ ਇਹਨਾਂ ਗੱਲਾਂ ਦਾ ਜ਼ਿਕਰ ਸਚਿਨ ਨਾਲ ਨਾ ਕਰੋ, ਨਹੀਂ ਤਾਂ ਉਹ ਮੇਰੇ ਨਾਲ ਦੁਰਵਿਹਾਰ ਕਰੇਗਾ। ਮੈਂ ਉਸ ਨੂੰ ਭਰੋਸਾ ਦਿਵਾਇਆ ਕਿ ਅਜਿਹਾ ਕੁਝ ਨਹੀਂ ਹੋਵੇਗਾ, ਚਿੰਤਾ ਨਾ ਕਰੋ। ਉਸ ਤੋਂ ਬਾਅਦ ਮੈਂ ਵੀ ਮੰਜੂ ਤੋਂ ਕੋਈ ਪੁੱਛ ਪੜਤਾਲ ਨਹੀਂ ਕੀਤੀ ਅਤੇ ਨਾ ਹੀ ਮੰਜੂ ਨੇ ਮੈਨੂੰ ਕੁਝ ਦੱਸਿਆ। ਸ਼ਾਮ ਨੂੰ ਜਦੋਂ ਸਚਿਨ ਘਰ ਆਇਆ ਤਾਂ ਮੈਂ ਪਤੀ ਪਤਨੀ ਦੋਵਾਂ ਦੇ ਨਜ਼ਰ ਰੱਖ ਰਹੀ ਸੀ। ਮੈਨੂੰ ਸਾਫ਼ ਪਤਾ ਸੀ ਕਿ ਉਹ ਦੋਵੇਂ ਹਰ ਰਾਤ ਛੱਤ ਤੇ ਜਾਣ ਦਾ ਬਹਾਨਾ ਬਣਾਉਂਦੇ ਸਨ, ਕਿਉਂਕਿ ਹੇਠਾਂ ਬਹੁਤ ਗਰਮੀ ਸੀ। ਅਸੀਂ ਛੱਤ ਤੇ ਸੌਣਾ ਹੈ। ਪਰ ਜਦੋਂ ਮੰਜੂ ਸਵੇਰੇ ਤੜਕੇ ਹੇਠਾਂ ਆਈ ਤਾਂ ਉਹ ਬਹੁਤ ਅਜੀਬ ਸਥਿਤੀ 'ਚ ਸੀ। ਉਹ ਇਸ਼ਾਰਿਆਂ ਰਾਹੀਂ ਮੈਨੂੰ ਕੁਝ ਦੱਸਣਾ ਚਾਹੁੰਦੀ ਸੀ, ਪਰ ਮੇਰਾ ਬੇਟਾ ਉਸ ਨੂੰ ਝਿੜਕਦਾ ਸੀ। ਹੁਣ ਮੈਨੂੰ ਆਪਣੀ ਨੂੰਹ ਦੀ ਹਾਲਤ ਦੇਖ ਕੇ ਸ਼ੱਕ ਹੋਣ ਲੱਗਾ। ਦਿਨੋਂ ਦਿਨ ਬਦਤਰ ਹੁੰਦੀ ਜਾ ਰਹੀ ਸੀ। ਮੈਨੂੰ ਪਤਾ ਸੀ ਕਿ ਉਹਨਾਂ ਵਿਚਕਾਰ ਕੁਝ ਗਲਤ ਸੀ। ਮੈਂ ਵੀ ਫੈਸਲਾ ਕਰ ਲਿਆ ਸੀ ਕਿ ਅੱਜ ਮੈਂ ਇਹ ਰਾਜ਼ ਜਾਣ ਕੇ ਰਹਾਂਗੀ। ਫਿਰ ਜਦੋਂ ਰਾਤ ਆਈ ਤਾਂ ਸਚਿਨ ਅਤੇ ਮੰਜੂ ਛੱਤ ਤੇ ਸੌਂ ਗਏ। ਜਦੋਂ ਮੈਂ ਡੂੰਘੀ ਸੋਚ ਵਿੱਚ ਬੈਠੀ ਸੀ ਕਿ ਹੁਣ ਮੈਂ ਕੀ ਕਰਾਂ, ਆਖਰਕਾਰ ਮੈਂ ਇਸ ਫੈਸਲੇ ਤੇ ਪਹੁੰਚੀ ਕਿ ਮੈਨੂੰ ਛੱਤ ਤੇ ਜਾ ਕੇ ਆਪਣੀਆਂ ਅੱਖਾਂ ਨਾਲ ਵੇਖਣਾ ਚਾਹੀਦਾ ਹੈ ਕਿ ਮਾਮਲਾ ਕੀ ਸੀ। ਗੋਡਿਆਂ ਦਾ ਮਰੀਜ਼ ਹੋਣ ਕਰਕੇ ਮੁਸ਼ਕਲ ਨਾਲ ਪੌੜੀਆਂ ਚੜ੍ਹਨ ਲੱਗੀ। ਜਦੋਂ ਮੈਂ ਇੱਕ ਕਦਮ ਚੁੱਕ ਕੇ ਛੱਤ ਤੇ ਪਹੁੰਚੀ ਤਾਂ ਸਾਹਮਣੇ ਵਾਲਾ ਨਜ਼ਾਰਾ ਦੇਖ ਕੇ ਦੰਗ ਰਹਿ ਗਈ। ਮੈਂ ਦੇਖਿਆ ਕਿ ਇੱਕ ਵੱਡਾ ਗੋਲ ਚੱਕਰ ਸੀ, ਜਿਸ ਦੇ ਦੁਆਲੇ ਅੱਗ ਵੱਲ ਰਹੀ ਸੀ। ਮੰਜੂ ਉਸ ਚੱਕਰ ਦੇ ਅੰਦਰ ਬੈਠੀ ਸੀ। ਮੰਜੂ ਬਹੁਤ ਡਰੀ ਹੋਈ ਸੀ, ਜਦਕਿ ਸਚਿਨ ਚੱਕਰ ਦੇ ਬਾਹਰ ਖੜਾ ਕੁਝ ਪੜ੍ਹ ਰਿਹਾ ਸੀ। ਇੱਕ ਅਜੀਬ ਭਾਸ਼ਾ ਸੀ ਜੋ ਮੈਂ ਪਹਿਲਾਂ ਕਦੇ ਨਹੀਂ ਸੁਣੀ ਸੀ। ਜਦੋਂ ਮੈਂ ਹੋਰ ਅੱਗੇ ਵਧੀ ਤਾਂ ਦੇਖਿਆ ਕਿ ਮੰਜੂ ਨੂੰ ਸਾਹ ਲੈਣ ਵਿੱਚ ਬਹੁਤ ਤਕਲੀਫ ਹੋ ਰਹੀ ਸੀ। ਇੰਜ ਲੱਗ ਰਿਹਾ ਸੀ ਜਿਵੇਂ ਉਹ ਆਪਣੇ ਆਖਰੀ ਸਾਹ ਲੈ ਰਹੀ ਹੋਵੇ, ਅਤੇ ਮੈਂ ਮੰਜੂ ਨੂੰ ਇਸ ਹਾਲਤ ਤੋਂ ਬਚਾਉਣ ਦੀ ਕੋਸ਼ਿਸ਼ ਕਰਨ ਲੱਗੀ। ਥੋੜੀ ਦੇਰ ਬਾਅਦ ਸਚਿਨ ਨੇ ਮੇਰੇ ਵੱਲ ਦੇਖਿਆ। ਉਹ ਅਚਾਨਕ ਚੀਕਿਆ, ਕਹਿਣ ਲੱਗਾ, ਮਾਂ ਪਿੱਛੇ ਹਟ ਜਾ, ਮੰਜੂ ਦੇ ਨੇੜੇ ਨਾ ਜਾਵੀਂ, ਇਸ ਦੇ ਨੇੜੇ ਵੀ ਆਉਣ ਦੀ ਕੋਸ਼ਿਸ਼ ਨਾ ਕਰ, ਨਹੀਂ ਤਾਂ ਮੇਰੀ ਇੰਨੀਆਂ ਰਾਤਾਂ ਦੀ ਮਿਹਨਤ ਬਰਬਾਦ ਹੋ ਜਾਵੇਗੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕਿਸ ਮਿਹਨਤ ਦੀ ਗੱਲ ਕਰ ਰਿਹਾ ਸੀ। ਮੈਂ ਸਚਿਨ ਨੂੰ ਕਿਹਾ, ਸਚਿਨ ਮੰਜੂ ਮਰ ਜਾਵੇ। ਸਚਿਨ ਕਹਿਣ ਲੱਗਾ, ਮਾਂ ਜੇ ਮੰਜੂ ਬਚ ਗਈ ਤਾਂ ਮੈਂ ਮਰ ਜਾਵਾਂਗਾ। ਇਹ ਸੁਣ ਕੇ ਮੇਰਾ ਦਿਲ ਕੰਬ ਗਿਆ। ਸਚਿਨ ਨੇ ਕਿਹਾ, ਮੈਂ ਆਪਣੀ ਪੂਰੀ ਜਵਾਨੀ ਕਾਲੇ ਜਾਦੂ ਦੀਆਂ ਕਿਤਾਬਾਂ ਪੜ੍ਹਦਿਆਂ ਬਿਤਾਈ ਹੈ। ਮਾਂ ਹੁਣ ਤੁਸੀਂ ਦੇਖੋ ਕਿ ਮੈਂ ਹੋਰ ਵੀ ਤਾਕਤਵਰ ਹੋ ਜਾਵਾਂਗਾ। ਮੈਂ ਕੁਝ ਅਜਿਹਾ ਕਰਨਾ ਚਾਹੁੰਦਾ ਹਾਂ ਤਾਂ ਜੋ ਮੈਂ ਸਾਰੇ ਲੋਕਾਂ ਤੇ ਕਾਬੂ ਪਾ ਸਕਾਂ। ਦੇਖੋ ਮੈਂ ਸਫਲਤਾ ਦੀ ਦਹਿਲੀਜ਼ ਤੇ ਪਹੁੰਚ ਗਿਆ ਹਾਂ। ਮੇਰਾ ਕੰਮ ਖਰਾਬ ਨਾ ਕਰੋ। ਇਸੇ ਲਈ ਮੈਂ ਇੱਕ ਗੂੰਗੀ ਕੁੜੀ ਨਾਲ ਵਿਆਹ ਕਰਵਾ ਲਿਆ ਤਾਂ ਜੋ ਉਹ ਤੁਹਾਨੂੰ ਕੁਝ ਨਾ ਦੱਸ ਸਕੇ ਕਿ ਮੈਂ ਕੀ ਕਰ ਰਿਹਾ ਹਾਂ। ਪਰ ਪਤਾ ਨਹੀਂ ਤੁਹਾਨੂੰ ਕਿਵੇਂ ਪਤਾ ਲੱਗਾ ਅਤੇ ਤੁਸੀਂ ਇੱਥੇ ਪਹੁੰਚ ਗਏ। ਮੈਂ ਘਬਰਾਹਟ ਵਿੱਚ ਸਚਿਨ ਦੇ ਸਾਹਮਣੇ ਖੜੀ ਹੋ ਗਈ ਅਤੇ ਖੜੀ ਹੋ ਕੇ ਸਚਿਨ ਨੂੰ ਸੁਣ ਰਹੀ ਸੀ। ਮੰਜੂ ਮੇਰੇ ਸਾਹਮਣੇ ਆਖਰੀ ਸਾਹ ਲੈ ਰਹੀ ਸੀ। ਮੈਂ ਬਹੁਤ ਡਰੀ ਹੋਈ ਸੀ। ਮੈਂ ਸਚਿਨ ਨੂੰ ਹਲਕੀ ਜਿਹੀ ਆਵਾਜ਼ ਵਿੱਚ ਕਿਹਾ, ਬੇਟਾ ਮੰਜੂ ਮਰ ਜਾਵੇਗੀ। ਤਾਂ ਉਹ ਬੋਲਿਆ, ਮਾਂ ਤੈਨੂੰ ਆਪਣੇ ਪੁੱਤਰ ਦੀ ਚਿੰਤਾ ਹੈ ਜਾਂ ਇਸ ਗੂੰਗੀ ਕੁੜੀ ਦੀ? ਜੇ ਮੰਜੂ ਮਰ ਗਈ ਤਾਂ ਤੇਰਾ ਪੁੱਤਰ ਹੋਰ ਵੀ ਤਾਕਤਵਰ ਹੋ ਜਾਵੇਗਾ, ਪਰ ਜੇ ਤੂੰ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਮਰ ਜਾਵਾਂਗਾ। ਉਹ ਤਾਕਤ ਜੋ ਮੈਂ ਇੰਨੇ ਸਾਲਾਂ ਵਿੱਚ ਇਕੱਠੀ ਕੀਤੀ ਹੈ ਉਹ ਮੈਨੂੰ ਅੰਦਰੋਂ ਤਬਾਹ ਕਰ ਦੇਵੇਗੀ। ਮੈਨੂੰ ਹੁਣ ਸਭ ਕੁਝ ਸਮਝ ਆ ਗਿਆ ਸੀ। ਮੈਂ ਮੰਜੂ ਅਤੇ ਸਚਿਨ ਵਿੱਚੋਂ ਇੱਕ ਨੂੰ ਚੁਣਨਾ ਸੀ। ਇਹ ਸਮਾਂ ਮੇਰੇ ਲਈ ਬਹੁਤ ਔਖਾ ਸਮਾਂ ਸੀ। ਜੇਕਰ ਮੈਂ ਮੰਜੂ ਨੂੰ ਨਾ ਬਚਾਇਆ ਤਾਂ ਉਹ ਮਰ ਜਾਵੇਗੀ। ਉਹ ਬੇਕਸੂਰ ਸੀ। ਇਸ ਸਭ ਵਿੱਚ ਉਸ ਦਾ ਕੋਈ ਕਸੂਰ ਨਹੀਂ ਸੀ। ਹੁਣ ਮੈਂ ਫੈਸਲਾ ਕਰਨਾ ਸੀ ਕਿ ਕੀ ਸਹੀ ਹੈ। ਇਸ ਲਈ ਇਸ ਸਮੇਂ ਮੇਰੇ ਵਿੱਚ ਇੰਨੀ ਹਿੰਮਤ ਕਿਵੇਂ ਹੋਈ ਕਿ ਮੈਂ ਆਪਣੀ ਕੁੱਖ ਨੂੰ ਨਸ਼ਟ ਕਰਨ ਦਾ ਫੈਸਲਾ ਕਰ ਲਿਆ ਸੀ। ਮੈਂ ਸਚਿਨ ਦੀ ਗੱਲ ਨਹੀਂ ਸੁਣੀ, ਉਸ ਚੱਕਰ ਵੱਲ ਭੱਜੀ ਅਤੇ ਜਲਦੀ ਹੀ ਉਸ ਮੰਜੂ ਨੂੰ ਇਸ ਚੱਕਰ ਤੋਂ ਬਾਹਰ ਕੱਢ ਲਿਆ ਸੀ। ਮੰਜੂ ਬਹੁਤ ਦਰਦ ਨਾਲ ਜ਼ਮੀਨ ਤੇ ਪਈ ਸੀ।
ਸੀ, ਜਦਕਿ ਸਚਿਨ ਨੇ ਉਸ ਦੀ ਗਰਦਨ ਨੂੰ ਆਪਣੇ ਹੱਥਾਂ ਨਾਲ ਬਹੁਤ ਕੱਸ ਕੇ ਫੜਿਆ ਹੋਇਆ ਸੀ। ਕੋਈ ਤਾਂ ਸੀ ਜੋ ਉਸ ਨਾਲ ਗਲਤ ਕੰਮ ਕਰ ਰਿਹਾ ਸੀ। ਸਚਿਨ ਲਈ ਕੁਝ ਕਰਨ ਤੋਂ ਪਹਿਲਾਂ ਮੈਂ ਮੰਜੂ ਦਾ ਖਿਆਲ ਰੱਖਿਆ। ਸਚਿਨ ਦੀ ਮੌਤ ਹੋ ਗਈ ਅਤੇ ਜ਼ਮੀਨ ਤੇ ਡਿੱਗ ਗਿਆ। ਇੱਕ ਪਲ ਵਿੱਚ ਉਸ ਉੱਤੇ ਕੀ ਕਿਆਮਤ ਆ ਗਈ ਸੀ। ਮੇਰੀਆਂ ਅੱਖਾਂ ਅੱਗੇ ਮੇਰਾ ਜਵਾਨ ਪੁੱਤਰ, ਮੇਰੇ ਬੁਢਾਪੇ ਦਾ ਸਹਾਰਾ, ਜੋ ਹੁਣ ਮਰ ਚੁੱਕਾ ਸੀ। ਮੰਜੂ ਬਚ ਗਈ ਸੀ। ਮੈਂ ਫੁੱਟ-ਫੁੱਟ ਕੇ ਰੋਣ ਲੱਗੀ। ਮੈਂ ਮੌਕੇ ਤੇ ਸਾਰੇ ਸਬੂਤ ਨਸ਼ਟ ਕਰ ਦਿੱਤੇ ਸਨ। ਮੈਂ ਆਪਣੇ ਬੇਟੇ ਨੂੰ ਬੇਇੱਜ਼ਤੀ ਨਾਲ ਇਸ ਦੁਨੀਆ ਤੋਂ ਵਿਦਾ ਨਹੀਂ ਕਰਨਾ ਚਾਹੁੰਦੀ ਸੀ। ਮੈਂ ਸਾਰਿਆਂ ਨੂੰ ਦੱਸਿਆ ਸੀ ਕਿ ਮੇਰੇ ਬੇਟੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਸ ਦੀ ਮੌਤ ਤੋਂ ਲੋਕ ਬਹੁਤ ਦੁਖੀ ਸਨ। ਮੈਂ ਆਪਣੇ ਬੇਟੇ ਦੀ ਆਤਮਾ ਨੂੰ ਸ਼ਾਂਤੀ ਦੇਣ ਲਈ ਘਰ ਵਿੱਚ ਹਵਨ ਵੀ ਕਰਵਾਇਆ ਸੀ। ਮੰਜੂ ਦਿਨ ਰਾਤ ਰੋਂਦੀ ਰਹਿੰਦੀ ਸੀ ਅਤੇ ਸਚਿਨ ਦੀ ਆਤਮਾ ਨੂੰ ਸ਼ਾਂਤੀ ਮਿਲਣ ਲਈ ਅਰਦਾਸ ਕਰਦੀ ਸੀ। ਮੈਂ ਮੰਜੂ ਨੂੰ ਇਜਾਜ਼ਤ ਦੇ ਦਿੱਤੀ ਸੀ ਕਿ ਉਹ ਆਪਣੀ ਜ਼ਿੰਦਗੀ ਜਿਵੇਂ ਚਾਹੇ ਜੀ ਸਕਦੀ ਹੈ। ਮੈਂ ਮੰਜੂ ਨੂੰ ਕਿਹਾ ਕਿ ਜੇਕਰ ਉਸ ਨੂੰ ਕੋਈ ਚੰਗਾ ਮੇਲ ਮਿਲਦਾ ਹੈ ਤਾਂ ਉਹ ਵਿਆਹ ਕਰਵਾ ਸਕਦੀ ਹੈ, ਪਰ ਫਿਲਹਾਲ ਉਹ ਮੇਰੇ ਕੋਲ ਹੀ ਰਹਿਣਾ ਚਾਹੁੰਦੀ ਸੀ। ਮੈਂ ਹਰ ਪਲ ਇਹ ਸੋਚ ਕੇ ਉਦਾਸ ਰਹਿੰਦੀ ਸੀ ਕਿ ਪਤਾ ਨਹੀਂ ਮੇਰਾ ਪੁੱਤਰ ਉੱਪਰ ਜਾ ਕੇ ਮਾਫੀ ਪ੍ਰਾਪਤ ਕਰੇਗਾ ਜਾਂ ਨਹੀਂ। ਅੱਜ ਮੈਂ ਆਪਣਾ ਗਮ ਤੁਹਾਡੇ ਸਾਰਿਆਂ ਨਾਲ ਸਾਂਝਾ ਕੀਤਾ ਹੈ। ਮੇਰੇ ਪੁੱਤਰ ਲਈ ਅਰਦਾਸ ਕਰੋ। ਮੇਰੇ ਪੁੱਤਰ ਨੇ ਬਹੁਤ ਵੱਡੀ ਗਲਤੀ ਕੀਤੀ ਹੈ, ਪਰ ਉਸ ਦੀ ਸਜ਼ਾ ਸ਼ਾਇਦ ਮੌਤ ਦੇ ਰੂਪ ਵਿੱਚ ਆਈ। ਹੁਣ ਮੈਂ ਅਤੇ ਮੰਜੂ ਇੱਕੋ ਘਰ ਵਿੱਚ ਇਕੱਠੇ ਰਹਿੰਦੇ ਹਾਂ। ਮੰਜੂ ਮੇਰਾ ਬਹੁਤ ਖਿਆਲ ਰੱਖਦੀ ਹੈ, ਪਰ ਮੇਰੇ ਬੇਟੇ ਦੀਆਂ ਯਾਦਾਂ ਅਜੇ ਵੀ ਮੈਨੂੰ ਸਤਾਉਂਦੀਆਂ ਹਨ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ, ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਕਿਰਪਾ ਕਰਕੇ ਨੋਟੀਫਿਕੇਸ਼ਨ ਨੂੰ ਦਬਾਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਪਹਿਲਾਂ ਮਿਲ ਸਕੇ।